सत श्रीकाल, नमस्कार, आदाब। मैं ਹਾਂ ਭੁਲੰਦਰ ਸਿੰਘ ਗੁਰਮਾਨੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਨਾਰਥ ਅਮਰੀਕਾ ਟਰੱਕਿੰਗ ਸ਼ੋ। ਹਰ ਵਾਰ ਦੀ ਤਰ੍ਹਾਂ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਜੇਕਰ ਤੁਸੀਂ ਟਰੱਕਿੰਗ ਕੰਪਨੀ ਵਿੱਚ ਲੱਗੇ ਹੋਏ ਹੋ, ਕਿਸ ਤਰ੍ਹਾਂ ਆਪਣੀ ਕੰਪਨੀ ਨੂੰ ਆਸਮਾਨ ਦੀਆਂ ਬੁਲੰਦੀਆਂ ਤੇ ਪਹੁੰਚਾ ਸਕਦੇ ਹੋ ਅਤੇ ਕਿਸ ਤਰ੍ਹਾਂ ਸਾਡੇ ਟਰੱਕ ਡਰਾਈਵਰ ਵੀ ਜਿਹੜੇ ਨੇ ਆਪਣੇ ਟਰੱਕ ਨੂੰ ਕਿਸ ਤਰ੍ਹਾਂ ਹੋਰ ਟਰੱਕਾਂ ਦੇ ਵਿੱਚ ਸ਼ਾਮਲ ਕਰਦੇ ਨੇ। ਜੇਕਰ ਉਹਨਾਂ ਨੂੰ ਕੁਝ ਰੁਕਾਵਟਾਂ ਆਉਂਦੀਆਂ ਨੇ, ਕਿਸ ਤਰ੍ਹਾਂ ਦੀਆਂ ਰੁਕਾਵਟਾਂ ਨੇ, ਅਸੀਂ ਉਹਨਾਂ ਦਾ ਵੀ ਹੱਲ ਦਿੰਦੇ ਹਾਂ ਅਤੇ ਨਾਲ ਹੀ ਨਾਲ ਕਿਸ ਤਰ੍ਹਾਂ ਦੀਆਂ ਟਰੱਕ ਕੰਪਨੀਆਂ ਨੂੰ ਰੁਕਾਵਟਾਂ ਆ ਰਹੀਆਂ ਨੇ, ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਨੇ, ਉਹਨਾਂ ਦੇ ਹੱਲ ਵੀ ਅਸੀਂ ਦੱਸਦੇ ਹਾਂ। ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਹੁੰਦੇ ਨੇ ਉਹ ਆਪਣੀ ਰਾਏ ਦਿੰਦੇ ਨੇ, ਤਾਂ ਨਾਲ ਹੀ ਨਾਲ ਅਸੀਂ ਜਿਹੜੇ ਟਰੱਕ ਡਰਾਈਵਰ ਵੀ ਸਾਨੂੰ ਵੱਖ-ਵੱਖ ਥਾਵਾਂ ਤੋਂ ਸਵਾਲ ਭੇਜਦੇ ਨੇ, ਉਹਨਾਂ ਸਵਾਲਾਂ ਦੇ ਅਸੀਂ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਸਾਡਾ ਖਾਸ ਮੁੱਦਾ ਰਹੇਗਾ ਟੈਕਸ ਦਾ, ਕਿ ਜੇਕਰ ਸਾਡੇ ਜਿਹੜੇ ਡਰਾਈਵਰ ਵੀਰ ਨੇ ਉਹ ਟੈਕਸ ਭਰਦੇ ਨੇ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਉਹ ਕਰਦੇ ਨੇ ਅਤੇ ਕੀ ਹੱਲ ਉਹਨਾਂ ਨੂੰ ਮਿਲ ਸਕਦਾ, ਇਸ ਬਾਰੇ ਵੀ ਅਸੀਂ ਅੱਜ ਗੱਲ ਕਰਾਂਗੇ। ਤਾਂ ਫਿਰ ਆਗਾਜ਼ ਕਰਦੇ ਹਾਂ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋ ਦਾ। ਸੋ ਅੱਜ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ जुड़े हुए ने सरदार राजेंद्र सिंह टांडा साहब, साढ़े आज के खास मेहमान, जो कि ग्लोबल ट्रक परमिट से ओनर ने। इस तो इलावा ट्रक परमिट से लोड होवे या फिर ट्रक लाइसेंस प्लेट सी कंप्लायंस सर्विसेज विच पिछले तकरीबन 15 सालों तो पंजाबी भरावां दी लगातार सेवा विच लगे हुए ने। स्टॉकटन तो साडे नाल मौजूद ने सरदार राजेंद्र सिंह टांडा साहब। टांडा साहब, एक बार फिर बहुत बहुत स्वागत प्रोग्राम नॉर्थ अमेरिका ट्रकिंग शो विच। ਭੁਲੰਦਰ ਸਿੰਘ ਜੀ, ਤੁਹਾਨੂੰ ਔਰ ਤੁਹਾਡੇ ਦਰਸ਼ਕਾਂ ਨੂੰ, ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਟਾਣਾ ਸਾਹਿਬ, ਹਮੇਸ਼ਾ ਹਰ ਵਾਰ ਦੀ ਤਰ੍ਹਾਂ ਸਾਡੇ ਕੋਲ ਅੱਜ ਵੀ ਬਹੁਤ ਸਾਰੇ ਸਵਾਲਾਂ ਦਾ ਪਿਟਾਰਾ ਹੈਗਾ, ਉਹ ਇੱਕ ਇੱਕ ਕਰਕੇ ਤੁਹਾਡੇ ਅੱਗੇ ਖੋਲਾਂਗੇ। ਔਰ ਹਮੇਸ਼ਾ ਜਿਵੇਂ ਮੈਂ ਜਾਂ ਤਾਂ ਟਰੱਕ ਕੰਪਨੀਆਂ ਦੀ ਅਸੀਂ ਮੁਸ਼ਕਲਾਂ ਦਰਪੇਸ਼ ਜਿਹੜੀਆਂ ਤੁਹਾਡੇ ਅੱਗੇ ਰੱਖਦੇ ਹਾਂ, ਜਾਂ ਫਿਰ ਡਰਾਈਵਰ ਵੀਰਾਂ ਦੀ। ਸੋ ਅੱਜ ਅਸੀਂ ਗੱਲ ਕਰਾਂਗੇ ਟੈਕਸ ਦੀ, ਕਿਉਂਕਿ ਟੈਕਸ ਜਿਹੜਾ ਹੈਗਾ ਅਜਿਹਾ ਹੈਗਾ ਜਿਸ ਤੋਂ ਹਰ ਕੋਈ ਬਚਣਾ ਵੀ ਚਾਹੁੰਦਾ, ਭਰਨਾ ਜ਼ਰੂਰੀ ਵੀ ਹੈ, ਕਿਉਂਕਿ ਉਸ ਨਾਲ ਜੇ ਦੇਸ਼ ਦੀ ਇਕਨੋਮੀ ਅੱਗੇ ਵਧਦੀ ਹੈਗੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਡਰਾਈਵਰਾਂ ਨੂੰ ਸਿੱਧਾ ਪੈਸੇ ਦੇ ਦਿੱਤੇ ਜਾਂਦੇ ਨੇ ਕਈ ਕੰਪਨੀਆਂ ਵੱਲੋਂ, ਭਾਵੇਂ ਉਹ ਉਹਨਾਂ ਨੂੰ 15 ਦਿਨਾਂ ਬਾਅਦ ਮਿਲਣ, ਡੇਲੀ ਮਿਲਣ ਜਾਂ ਫਿਰ ਮਹੀਨੇ ਬਾਅਦ ਮਿਲਣ। ਇੱਕ ਨਾਲ ਹੀ ਨਾਲ ਜਦੋਂ ਟੈਕਸ ਦੀ ਵਾਰੀ ਆਉਂਦੀ ਹੈ ਭਰਨ ਦੀ, ਤਾਂ ਉਹਨਾਂ ਨੂੰ ਇੱਕ ਫਾਰਮ ਦੇ ਦਿੱਤਾ ਜਾਂਦਾ ਹੈ 1099। ਡਰਾਈਵਰਾਂ ਨੂੰ ਇਸ ਦਾ ਫਾਇਦਾ ਜਾਂ ਨੁਕਸਾਨ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗਾ, ਫਿਰ ਅਸੀਂ ਉਸ ਤੋਂ ਬਾਅਦ ਅੱਗੇ ਵਧਾਂਗੇ। ਭੁਲੰਦਰ ਸਿੰਘ ਜੀ, ਬਿਲਕੁਲ ਤੁਹਾਡਾ ਬਹੁਤ ਹੀ ਵਾਜਬ ਸਵਾਲ ਹੈ ਔਰ ਬੜਾ ਅੱਜਕੱਲ ਜਿਹੜਾ ਇੱਕ ਕਰੰਟ ਟੌਪਿਕ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਿਸਟਮ ਅੱਜਕੱਲ ਬੜਾ ਖਰਾਬ ਹੋ ਰਿਹਾ ਹੈ, ਉਹਦੇ ਨਾਲ ਬੜੇ ਵੱਡੇ ਨੁਕਸਾਨ ਹੋ ਰਹੇ ਆ। ਪਰ ਜਦ ਜਿੰਨਾ ਤੁਸੀਂ ਸਵਾਲ ਪੁੱਛਿਆ, ਮੈਂ ਸਿਰਫ ਉਹਦਾ ਹੀ ਜਵਾਬ ਅਗਰ ਦੇਵਾਂ ਤਾਂ ਡਰਾਈਵਰ ਜੀ ਵੀਰਾਂ ਨੂੰ 1099 ਵਿੱਚ ਬਹੁਤ ਹੀ ਵੱਡਾ ਨੁਕਸਾਨ ਹੈ। ਕੱਲਾ ਡਰਾਈਵਰ ਦਾ ਨੁਕਸਾਨ ਨਹੀਂ, ਇਹਦੇ ਨਾਲ ਬੇਸਿਕਲੀ ਕਿ ਸਟੇਟ ਦਾ ਵੀ ਨੁਕਸਾਨ ਹੋ ਰਿਹਾ, ਡਰਾਈਵਰ ਦਾ ਵੀ ਨੁਕਸਾਨ ਹੋ ਰਿਹਾ, ਔਰ ਟਰੱਕਿੰਗ ਕੰਪਨੀਆਂ ਜਿਹੜੀਆਂ ਇਹ 1099 ਦੇ ਰਹੀਆਂ ਉਹ ਵੀ ਆਪਣੇ ਨੂੰ ਬਹੁਤ ਵੱਡੇ ਹੁੱਕ ਦੇ ਉੱਤੇ ਪਾ ਰਹੀਆਂ, ਆਪਣੇ ਨੂੰ ਵੱਡੇ ਵੱਡੇ ਰਿਸਕ ਦੇ ਉੱਤੇ ਪਾ ਰਹੀਆਂ। ਸੋ ਇਹ ਮੈਂ ਸਮਝਦਾ ਕਿ ਇੱਕ ਲੈਕ ਆਫ ਨੌਲੇਜ ਆ। ਅਸੀਂ ਸਮਝ ਲੈਂਦੇ ਹਾਂ ਕਿ ਸਾਨੂੰ ਬਹੁਤ ਪੈਸੇ ਬਚਦੇ ਆ, ਪਰ ਜੇਕਰ ਅਸੀਂ ਲੌਂਗ ਰਨ ਦੇਖੀਏ ਤਾਂ ਸਾਨੂੰ ਸਾਰੀਆਂ ਧਿਰਾਂ ਨੂੰ ਇਹਦਾ ਇੱਕ ਬਹੁਤ ਵੱਡਾ ਨੁਕਸਾਨ ਹੈ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਹਰ ਕੋਈ ਦੇਖੋ ਅੱਜ ਕੱਲ ਭਾਵੇਂ ਕਿਹੜੇ ਵੀ ਕੋਈ ਵੀ ਪ੍ਰੋਫੈਸ਼ਨ ਵਿੱਚ ਹੈ, ਜਦੋਂ ਟੈਕਸ ਦੇਣ ਦੀ ਵਾਰੀ ਆਉਂਦੀ ਹੈ ਤਾਂ ਹਰ ਕੋਈ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਕਿ ਕਿਸ ਤਰ੍ਹਾਂ ਮੇਰੇ ਜਿਹੜੇ 4 ਪੈਸੇ ਬਚ ਜਾਣ, ਮੇਰੀ ਜੇਬ ਵਿੱਚ ਆ ਜਾਣ। ਫਿਰ ਉਹ ਇਹ ਨਹੀਂ ਪਰਵਾਹ ਕਰਦਾ ਕਿ ਸਾਹਮਣੇ ਜਿਹੜੇ ਦੇਸ਼ ਨੂੰ ਉਹ ਕਿੰਨਾ ਨੁਕਸਾਨ ਹੋ ਰਿਹਾ। ਇੱਕ ਪਾਸੇ ਹੈ ਫਾਰਮ 1099 ਤੇ ਦੂਜੇ ਪਾਸੇ ਹੈ ਫਾਰਮ W2। ਦੋਨਾਂ ਵਿੱਚ ਜੇਕਰ ਅਸੀਂ ਫਰਕ ਪਤਾ ਕਰਨਾ ਚਾਹੀਏ ਤਾਂ ਫਰਕ ਪਹਿਲਾਂ ਦੱਸ ਦਿਓ, ਕਿਉਂਕਿ ਉਸ ਤੋਂ ਬਾਅਦ ਹੀ ਫਿਰ ਮੈਂ ਅਗਲਾ ਸਵਾਲ ਪੁੱਛਾਂਗਾ। ਪਹਿਲਾਂ ਤਾਂ ਸਾਡੇ ਡਰਾਈਵਰ ਵੀਰਾਂ ਨੂੰ ਇਹ ਦੱਸੋ, ਦੋਨਾਂ ਫਾਰਮ 'ਚ ਫਰਕ ਕੀ ਹੈ? ਦੇਖੋ, ਦੋ ਤਰ੍ਹਾਂ ਦਾ ਸਾਡੇ ਸਿਸਟਮ ਹੁੰਦਾ ਹੈ ਇੱਥੇ, ਖਾਸ ਕਰਕੇ ਕੈਲੀਫੋਰਨੀਆ ਵਿੱਚ ਔਰ ਈਵਨ ਪੂਰੇ ਅਮਰੀਕਾ ਦੇ ਵਿੱਚ। ਇੱਕ ਹੁੰਦੇ ਕਾਂਟਰੈਕਟਰ, ਜਦੋਂ ਕਿਸੇ ਨੂੰ ਅਸੀਂ ਤਨਖਾਹ ਦਿੰਦੇ ਹਾਂ ਜਾਂ ਅਸੀਂ ਕਿਸੇ ਨੂੰ ਕਿਸੇ ਦੇ ਕੰਮ ਕਰਨ ਦੇ ਇਵਜ਼ ਦੇ ਵਿੱਚ ਪੈਸਾ ਦਿੰਦੇ ਹਾਂ, ਜਦੋਂ ਅਸੀਂ ਉਹਨੂੰ ਕੰਪਨਸੇਟ ਕਰਦੇ ਹਾਂ ਉਹਦੇ ਕੰਮ ਕਰਨ ਵਾਸਤੇ, ਤਾਂ ਦੋ ਤਰ੍ਹਾਂ ਦੇ ਢੰਗ ਹੁੰਦੇ ਆ। ਇੱਕ ਹੈ ਕਿ ਤੁਸੀਂ ਉਹਦੇ ਪ੍ਰੋਪਰ ਟੈਕਸਿਸ ਵਗੈਰਾ ਕੱਟ ਕੇ ਸਟੇਟ ਨੂੰ ਉਹਦੀਆਂ ਫਾਈਲਿੰਗਸ ਕਰਕੇ, ਜਿਹੜਾ ਐਜ਼ ਐਨ ਇੰਪਲੋਇਰ ਮੈਂ ਗੱਲ ਕਰ ਰਿਹਾ, ਇੰਪਲੋਇਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਡਰਾਈਵਰ ਦਾ ਟੈਕਸ ਕੱਟੇ ਔਰ ਉਹਦੇ ਵਿੱਚੋਂ ਆਪਣੀ ਜੋ ਵੀ ਉਹਦਾ ਹਿੱਸਾ ਬਣਦਾ ਉਹਨੂੰ ਪਾ ਕੇ ਤੇ ਜਿਹੜੀ ਫੈਡਰਲ ਨੂੰ ਜਾਂ ਸਟੇਟ ਨੂੰ, ਜਿਨ੍ਹਾਂ ਨੂੰ ਵੀ ਉਹ ਟੈਕਸ ਬਣਦਾ, ਉਹਨਾਂ ਨੂੰ ਉਹ ਪੇ ਕਰੇ। ਦੂਜਾ ਢੰਗ ਇਹ ਹੁੰਦਾ ਕਿ ਉਹ ਜਦੋਂ ਜਿੰਨੇ ਪੈਸੇ ਵੀ ਦੇ ਰਿਹਾ, ਉਹ ਪੂਰੇ ਦੇ ਪੂਰੇ ਪੈਸੇ ਜਿਹੜੇ ਆ ਉਹਦਾ ਇੱਕ ਫਾਰਮ 1099 ਬਣਾ ਕੇ ਦੇ ਦੇਵੇ ਆਪਣੇ ਇੰਪਲੋਈ ਨੂੰ। ਸੋ ਬੇਸਿਕਲੀ ਜੇਕਰ ਅਸੀਂ ਟੈਕਸ ਕੱਟ ਕੇ ਉਹਦੀ ਸਟੇਟਮੈਂਟ ਜਦੋਂ ਬਣਾ ਕੇ ਐਂਡ ਆਫ ਦਾ ਈਅਰ ਦਿੰਦੇ ਆ, ਉਹ W2 'ਚ ਆਉਂਦੀ ਹੈ। ਜੇਕਰ ਉਹ ਟੋਟਲ ਜਿੰਨਾ ਪੈਸਾ ਉਹਨੂੰ ਦਿੱਤਾ, ਅਗਰ ਉਹਨੂੰ ਪੂਰੇ ਦਾ ਪੂਰਾ
ਇੱਕ ਪੇਪਰ ਜਿਹੜਾ ਕਿ 1099 ਹੁੰਦਾ, ਅਗਰ ਉਹਦੇ ਤੇ ਪੂਰਾ ਲਿਖ ਕੇ ਦਿੱਤਾ ਜਾਵੇ ਉਹ 1099 ਜੀ ਅਖਵਾਉਂਦਾ ਹੈ। ਪਰ ਦੋਨਾਂ 'ਚ ਵੱਡਾ ਡਿਫਰੈਂਸ ਹੈ ਕਿ 1099 ਦੇ ਉੱਤੇ ਟੈਕਸ ਨਹੀਂ ਕੱਟਿਆ ਜਾਂਦਾ ਇੰਪਲੋਇਰ ਵੱਲੋਂ ਵੀ, ਔਰ ਨਾ ਇੰਪਲੋਇਰ ਆਪਣੇ ਕੋਲੋਂ ਕੁਝ ਪੇ ਕਰਦਾ ਹੈ। ਪਰ W2 ਤੇ ਪ੍ਰੋਪਰ ਜਿਹੜੀਆਂ ਸਟੇਟ ਦੀਆਂ ਗਾਈਡਲਾਈਨਸ ਆ, ਜਿਹੜੀਆਂ ਫੈਡਰਲ ਦੀਆਂ ਗਾਈਡਲਾਈਨਸ ਆ, ਉਹਦੇ ਅਨੁਸਾਰ ਟੈਕਸ ਕੱਟ ਕੇ ਬਕਾਇਦਾ ਫਿਰ ਉਹਨਾਂ ਨੂੰ ਜਿਹੜਾ ਬਾਕੀ ਬਚਦਾ ਜਿਹੜਾ ਪੈਸਾ ਆ ਉਹ ਡਰਾਈਵਰ ਨੂੰ ਦਿੱਤਾ ਜਾਂਦਾ ਹੈ। ਇਹ ਕਿਹਨਾਂ ਕੇਸਾਂ ਵਿੱਚ ਦਿੱਤਾ ਜਾਂਦਾ, ਇਹ ਇੱਕ ਅਗਲਾ ਸਵਾਲ ਹੈ। ਪਰ ਇਹ ਬੇਸਿਕ ਡਿਫਰੈਂਸ ਹੈ ਕਿ ਜੇਕਰ ਟੈਕਸ ਕੱਟਿਆ ਜਾਵੇ ਤਾਂ ਉਹ W2 ਬਣਦਾ ਹੈ, ਜੇਕਰ ਟੈਕਸ ਨਾ ਕੱਟਿਆ ਜਾਵੇ ਤਾਂ ਉਹ 1099 ਫਾਰਮ ਅਖਵਾਉਂਦਾ ਹੈ। ਬਿਲਕੁਲ, ਅਗਲੇ ਸਵਾਲ ਤੇ ਵੀ ਆ ਜਾਣਾ, ਕਿਉਂਕਿ ਤੁਸੀਂ ਅਗਲਾ ਸਵਾਲ ਖੁਦ ਹੀ ਪੁੱਛ ਚੁੱਕੇ ਹੋ ਕਿ ਕਿਹੜੇ ਅਜਿਹੇ ਜਿਹੜੇ ਕੇਸਿਸ ਸਾਹਮਣੇ ਆਉਂਦੇ ਨੇ ਜਦੋਂ 1099 ਮਿਲਦਾ ਜਾਂ ਫਿਰ W2 ਮਿਲਦਾ, ਕਿਉਂਕਿ ਵੱਖ-ਵੱਖ ਡਰਾਈਵਰਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਜਿਹੜੀ ਸਮਝ ਹੁੰਦੀ ਹੈ ਉਹ ਸਿਰਫ ਆਪਣੇ ਪੈਸੇ ਤੱਕ ਹੀ ਸਮਝ ਹੁੰਦੀ ਹੈ। ਪਰ ਜਦੋਂ ਸਾਲ ਬੀਤਦਾ, ਜਦੋਂ ਸੀਏ ਕੋਲ ਪਹੁੰਚਦੇ ਨੇ ਅਤੇ ਸੀਏ ਉਹਨਾਂ ਦਾ ਟੈਕਸ ਉਹਨਾਂ ਦਾ ਜਦੋਂ ਹੱਥ 'ਚ ਫੜਾਉਂਦਾ ਕਿ ਭਾਈ ਸਾਹਿਬ ਤੁਹਾਡਾ ਇੰਨਾ ਟੈਕਸ ਬਣ ਗਿਆ, ਤੁਹਾਨੂੰ ਇੰਨਾ ਟੈਕਸ ਦੇਣਾ ਪਏਗਾ, ਫਿਰ ਉਹਨਾਂ ਨੂੰ ਪਤਾ ਚੱਲਦਾ ਕਿ ਇੰਨਾ ਮੇਰਾ ਟੈਕਸ ਬਣ ਕਿਵੇਂ ਗਿਆ। ਫਿਰ ਉਹ ਆਪਣੀ ਕੰਪਨੀਆਂ ਦੇ ਮਾਲਕਾਂ ਕੋਲ ਪਹੁੰਚਦੇ ਨੇ ਕਿ ਭਾਈ ਸਾਹਿਬ ਤੁਸੀਂ ਮੇਰੇ ਨਾਲ ਕੀਤਾ ਕੀ ਹੈ। ਤਾਂ ਇੱਥੇ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਕਿਹਨਾਂ ਕੇਸਿਸ ਵਿੱਚ ਕਿਹੜੇ ਟੈਕਸ ਬਣ ਸਕਦੇ ਨੇ। ਬਿਲਕੁਲ, ਦੇਖੋ ਇਸ ਤਰ੍ਹਾਂ ਹੈਗਾ ਕਿ ਇੰਪਲੋਇਰ ਜਿਹੜਾ ਬੰਦਾ ਹਾਇਰ ਕਰ ਰਿਹਾ, ਇਹ ਬੇਸਿਕਲੀ ਉਹਦੀ ਡਿਊਟੀ ਹੈ ਕਿ ਉਹਨੇ 1099 ਦੇਣਾ ਹੈ ਜਾਂ W2 ਜਿਹੜਾ ਉਹਨੇ ਕਲਾਸੀਫਾਈ ਕਰਨਾ ਹੈ। ਇਹ ਡਰਾਈਵਰ ਦੀ ਡਿਊਟੀ ਨਹੀਂ ਹੈ। ਡਰਾਈਵਰ ਨੂੰ ਵਿਚਾਰੇ ਨੂੰ ਨਹੀਂ ਪਤਾ ਕਿ ਮੈਨੂੰ ਕਲਾਸੀਫਾਈ ਜਿਹੜਾ ਹੈ ਉਹ 1099 ਅੰਡਰ ਕੀਤਾ ਜਾ ਰਿਹਾ ਜਾਂ W2 ਦੇ ਅੰਡਰ ਕੀਤਾ ਜਾ ਰਿਹਾ। ਇਹ ਇੰਪਲੋਇਰ ਦੀ ਆਪਣੀ ਡਿਊਟੀ ਹੈ। ਜੇਕਰ ਮੈਂ ਮੋਟੇ ਰੂਪ ਵਿੱਚ ਦੱਸਣਾ ਹੋਵੇ, ਜੇਕਰ ਲੇਮਨ ਲੈਂਗੁਏਜ ਦੇ ਵਿੱਚ ਗੱਲ ਕਰਨੀ ਹੋਵੇ, ਤਾਂ ਜਿਹੜਾ ਕੰਟਰੈਕਟਰ ਹੈ, ਜਿਹੜਾ ਕੰਟਰੈਕਟ ਕਰਦਾ ਹੈ, ਜਿਹਦੀ ਤੁਹਾਡੇ ਨਾਲ ਪੱਕੀ ਜਿਹੜਾ ਠੇਕੇਦਾਰੀ ਕਹਿ ਸਕਦੇ ਜਿਹਨੂੰ ਆਪਾਂ ਪੰਜਾਬੀ ਲਫ਼ਜ਼ਾਂ ਵਿੱਚ, ਜਿਹੜਾ ਬੰਦਾ ਠੇਕਾ ਕਰਦਾ ਤੁਹਾਡਾ ਕਿਸੇ ਕੰਮ ਦਾ, ਜਿਹੜਾ ਬੰਦਾ ਕੰਟਰੈਕਟ ਕਰਦਾ ਆ, ਉਹ ਇੰਡੀਪੈਂਡੈਂਟ ਹੈ। ਉਹਨੂੰ ਅਸੀਂ ਲਫ਼ਜ਼ ਇੱਥੇ ਵਰਤਦੇ ਹਾਂ ਇੰਡੀਪੈਂਡੈਂਟ ਕੰਟਰੈਕਟਰ। ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਹੈ, ਇਹ ਅਗਲਾ ਫਿਰ ਉਹ ਗੱਲ ਆ ਜਾਂਦੀ ਕਿ ਇੰਡੀਪੈਂਡੈਂਟ ਕੰਟਰੈਕਟਰ ਕੌਣ ਆ, ਉਹਨੂੰ ਕਿਵੇਂ ਡਿਫਾਈਨ ਕਰਨਾ, ਇੱਕ ਵੱਖਰੀ ਗੱਲ ਹੈ। ਪਰ ਮੈਂ ਫਿਲਹਾਲ ਜਿਹੜੀ ਸਿਰਫ ਤੁਹਾਨੂੰ ਇਹ ਗੱਲ ਕਰ ਰਿਹਾ ਕਿ ਸਰ ਮੈਂ ਟੂ ਦੀ ਪੁਆਇੰਟ ਅਗਰ ਜਵਾਬ ਦੇਵਾਂ ਤਾਂ ਇੰਡੀਪੈਂਡੈਂਟ ਕੰਟਰੈਕਟਰ ਜਿਹੜਾ ਹੈ, ਜਿਹੜਾ ਠੇਕਾ ਲੈਂਦਾ ਹੈ ਕੰਮ ਦਾ, ਉਹਨੂੰ 1099 ਦਿੱਤਾ ਜਾਂਦਾ ਹੈ ਤਾਂ ਕਿ ਉਹ ਬਾਅਦ ਵਿੱਚ ਆਪਣੇ ਸਾਰੇ ਉਸ ਬਿਜ਼ਨਸ ਦੇ, ਜਿਹੜਾ ਆਪਣਾ ਇੱਕ ਛੋਟਾ ਬਿਜ਼ਨਸ ਕਰ ਰਿਹਾ ਹੈ, ਉਹ ਠੇਕਾ ਲੈਂਦਾ ਹੈ। ਟਰੱਕਿੰਗ ਦੇ ਵਿੱਚ ਵੀ ਇਸ ਤਰ੍ਹਾਂ ਹੈ, ਕਿਉਂ ਹੈ ਉਹ ਵੱਖਰੀ ਗੱਲ ਹੈ। ਪਰ ਜਿਹੜਾ ਬੰਦਾ ਕੰਮ ਦਾ ਠੇਕਾ ਲੈਂਦਾ ਹੈ, ਉਹ ਬੰਦੇ ਨੂੰ 1099 ਦਿੱਤਾ ਜਾ ਸਕਦਾ ਹੈ। ਪਰ ਜਿਹੜਾ ਬੰਦਾ ਤੁਹਾਡੇ ਨਾਲ ਐਜ਼ ਏ ਇੰਪਲੋਈ ਕੰਮ ਕਰਦਾ, ਤੁਹਾਡੀਆਂ ਗਾਈਡਲਾਈਨਸ ਦੇ ਅੰਦਰ ਕੰਮ ਕਰਦਾ, ਜਾਂ ਫਾਰ ਐਗਜ਼ਾਮਪਲ ਜੇਕਰ ਅਸੀਂ ਮੋਟੇ ਰੂਪ ਵਿੱਚ ਟਰੱਕਿੰਗ ਦਾ ਨਾਂ ਲੈਣਾ ਹੋਵੇ, ਜਿਹੜਾ ਕੰਟਰੈਕਟਰ ਹੈ ਉਹ ਓਨਰ ਆਪਰੇਟਰ ਜਿਹੜਾ ਆਪਣਾ ਟਰੱਕ ਓਨ ਕਰਦਾ, ਉਹ ਕੰਟਰੈਕਟਰ ਵਿੱਚ ਆਉਂਦਾ ਹੈ। ਜਿਹੜਾ ਡਰਾਈਵਰ ਤੁਹਾਡੇ ਟਰੱਕ ਨੂੰ ਚਲਾਉਂਦਾ ਹੈ ਜਾਂ ਤੁਹਾਡੇ ਆਫਿਸ ਦੇ ਵਿੱਚ ਕੰਮ ਕਰਦਾ ਹੈ, ਉਹ ਇੰਪਲੋਈ ਕਹਾਉਂਦਾ ਹੈ। ਸੋ ਇੰਪਲੋਈ ਜਿਹੜਾ ਹੈ ਉਹ W2 ਲੈਣ ਲਈ ਐਂਟਾਈਟਲਡ ਹੈ। ਪਰ ਜਿਹੜਾ ਕੰਟਰੈਕਟਰ ਹੈ, ਜਿਹੜਾ ਠੇਕੇਦਾਰ ਹੈ, ਜਿਹੜਾ ਤੁਹਾਡੇ ਕੋਲ ਠੇਕਾ ਲੈ ਕੇ ਤੁਹਾਡਾ ਕੋਈ ਛੋਟਾ ਕੰਮ ਕਰਦਾ ਹੈ, ਉਹਨੂੰ ਅਸੀਂ 1099 ਦੇ ਸਕਦਾ ਹੈ। ਠੀਕ ਹੈ, ਪਰ ਰਾਣਾ ਸਾਹਿਬ ਅਗਰ ਇੱਕ ਅਮੂਮਨ ਅੰਦਾਜ਼ੇ ਨਾਲ ਚੱਲੀਏ ਤਾਂ ਕਿੰਨਾ ਕੁ ਇੱਕ ਟਰੱਕ ਡਰਾਈਵਰ ਤੇ ਟੈਕਸ ਦੀ ਮਾਰ ਪੈਂਦੀ ਹੈ, ਉਸਦਾ ਕੀ ਆંકੜਾ ਹੁੰਦਾ, ਕਿਸ ਤਰ੍ਹਾਂ ਮਾਪਿਆ ਜਾਂਦਾ? ਦੇਖੋ ਮੋਟੇ ਰੂਪ ਦੇ ਵਿੱਚ ਜਿਹੜਾ ਦੇਖੋ ਟੈਕਸ ਤਾਂ ਹਰੇਕ ਆਦਮੀ ਦੀ ਇੱਕ ਆਪਣੀ ਇੱਕ ਇਹਦੇ ਬਾਰੇ ਟੈਕਸ ਪ੍ਰੋਫੈਸ਼ਨਲ ਜਿਹੜਾ ਹੈ ਉਹ ਵੱਡੀ ਜ਼ਿਆਦਾ ਗੱਲ ਕਰ ਸਕਦਾ ਹੈ। ਪਰ ਜਿਹੜਾ ਟੈਕਸ ਹੈ ਉਹ ਤਾਂ ਹਰ ਇੱਕ ਆਦਮੀ ਦੀ ਆਪਣੀ ਇਨਕਮ ਦੇ ਉੱਤੇ ਹੈ ਕਿ ਉਹਦਾ ਇਨਕਮ ਦਾ ਸਪੈਨ ਕੀ ਹੈ, ਉਹਦੀ ਗਰੁੱਪਿੰਗ ਕਿੱਥੇ ਹੁੰਦੀ ਹੈ ਜਾ ਕੇ। ਪਰ ਜੇਕਰ ਅਸੀਂ ਇੰਪਲੋਇਰ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ, ਇੰਪਲੋਇਰ ਦੇ ਪਰਸਪੈਕਟਿਵ ਤੋਂ, ਤੇ ਜਿਹੜਾ ਟੋਟਲ ਕੋਈ 14% ਦੇ ਕਰੀਬ ਜਿਹੜਾ ਉਹ ਟੈਕਸ ਕੱਟਿਆ ਜਾਂਦਾ ਹੈ, ਜਿਹਦੇ ਵਿੱਚੋਂ ਕੋਈ 6 ਤੋਂ ਲੈ ਕੇ 7% ਜਿਹੜਾ ਹੈਗਾ ਇੰਪਲੋਈ ਦਾ ਟੈਕਸ ਕੱਟਿਆ ਜਾਂਦਾ ਹੈ, ਔਰ 7% ਦੇ ਕਰੀਬ ਜਿਹੜਾ ਹੈ 7 ਤੋਂ ਲੈ ਕੇ 10% ਦੇ ਕਰੀਬ, ਜਿਹਦੇ ਵਿੱਚ ਬਾਕੀ ਦਾ ਸਟੇਟ ਟੈਕਸ, ਫਿਊਟਾ ਵਗੈਰਾ ਸਾਰੇ ਆਉਂਦੇ ਆ। ਉਹ ਸਾਰੇ ਟੈਕਸ ਕਰੀਬ 10% ਟੈਕਸ ਜਿਹੜਾ ਹੈ ਉਹ ਇੰਪਲੋਇਰ ਨੂੰ ਆਪਣੀ ਜੇਬ ਦੇ ਵਿੱਚੋਂ ਦੇਣਾ ਪੈਂਦਾ। ਜੇਕਰ ਮੈਂ ਤੁਹਾਨੂੰ ਥੋੜਾ ਜਿਹਾ ਇਹਨੂੰ ਤਫਸੀਲ ਨਾਲ ਗੱਲ ਕਰੀਏ ਤਾਂ ਐਗਜ਼ਾਮਪਲ ਦੇ ਤੌਰ ਤੇ ਇੱਕ ਤੁਹਾਡੇ ਕੋਲ ਇੱਕ ਟਰੱਕ ਦੇ ਉੱਤੇ ਆਪਣਾ ਡਰਾਈਵਰ ਹੈ, ਦੂਜੇ ਟਰੱਕ ਦੇ ਉੱਤੇ ਤੁਹਾਡਾ ਕੰਟਰੈਕਟਰ ਹੈ। ਭਾਵ ਕਿ ਇੱਕ ਟਰੱਕ ਡਰਾਈਵਰ ਜਿਹੜਾ ਆ ਉਹ ਤੁਹਾਡਾ ਟਰੱਕ ਡਰਾਈਵ ਕਰ ਰਿਹਾ, ਇੱਕ ਆਪਣਾ ਟਰੱਕ ਡਰਾਈਵ ਕਰ ਰਿਹਾ, ਉਹ ਤੁਹਾਡੇ ਕੋਲੋਂ ਲੋਡ ਲੈ ਰਿਹਾ। ਉਹ ਇੱਕ ਲੋਡ ਦਾ ਠੇਕਾ ਤੁਹਾਡੇ ਕੋਲ ਲੈ ਰਿਹਾ ਕਿ ਉਹਨੇ ਇੱਕ ਲੋਡ ਇੱਥੋਂ ਚੱਕ ਕੇ ਇੱਥੇ ਪਹੁੰਚਾਉਣਾ ਹੈ, ਔਰ ਦੂਜਾ ਡਰਾਈਵਰ ਜਿਹੜਾ ਆ ਉਹ ਤੁਹਾਡੀ ਮਰਜ਼ੀ ਨਾਲ ਚੱਲ ਰਿਹਾ ਕਿ ਤੁਸੀਂ ਉਹਨੂੰ ਕਿਤੇ ਵੀ ਭੇਜ ਸਕਦੇ ਹੋ। ਓਨਰ ਆਪਰੇਟਰ ਦੇ ਮਾਮਲੇ ਵਿੱਚ ਉਹਦੀ ਆਪਣੀ ਮਰਜ਼ੀ ਹੈ ਕਿ ਉਹ ਜਦੋਂ ਮਰਜ਼ੀ ਲੋਡ ਚਾਵੇ ਚੱਕ ਸਕਦਾ,
ਸਕਦਾ, ਜਿੱਥੇ ਦੀ ਮਰਜ਼ੀ ਚਾਹੇ ਜਾ ਸਕਦਾ, ਸੋ ਉਹਦੀ ਆਪਣੀ ਮਰਜ਼ੀ ਹੈ। ਸੋ ਜਿੱਥੇ ਇੰਡੀਪੈਂਡੈਂਸੀ ਹੈ, ਜਿੱਥੇ ਉਹ ਕੰਟਰੈਕਟਰ ਬਣ ਗਿਆ, ਜਿੱਥੇ ਉਹਦੀ ਇੰਡੀਪੈਂਡੈਂਸੀ ਨਹੀਂ ਹੈ ਉਹ ਹੋ ਗਿਆ। ਡਰਾਈਵਰ ਜਿਹੜਾ ਆ ਉਹਦੇ ਮਾਮਲੇ ਦੇ ਵਿੱਚ ਟੈਕਸ ਜਿਹੜਾ ਆ ਕੱਟਣਾ EMPLOYER ਦੀ ਡਿਊਟੀ ਬਣਦੀ ਹੈ। EMPLOYER ਟੈਕਸ ਜੀ ਇਸ ਕਰਕੇ ਨਹੀਂ ਕੱਟਦਾ ਕਿਉਂਕਿ ਉਹਨੂੰ ਜਦੋਂ ਉਹ ਟੈਕਸ EMPLOYEE ਦਾ ਕੱਟਦਾ 7% ਜਾਂ 6% ਜੀ ਜਾਂ 7.5%, ਜੋ ਵੀ ਉਸ ਜਿਸ ਸਪੈਨ ਦੇ ਵਿੱਚ ਆਉਂਦਾ ਹੈ, ਅਗਰ ਉਹ ਆਪਣਾ ਟੈਕਸ ਉਹਦਾ ਕਰਦਾ ਹੈ ਤੇ ਉਹਨੂੰ 10% ਆਪਣੇ ਕੋਲੋਂ ਵੀ ਨਾਲ ਪਾਉਣਾ ਪੈਂਦਾ, ਜਿਹਦੇ ਵਿੱਚ ਸਟੇਟ ਦੇ ਟੈਕਸ ਹੁੰਦੇ ਆ, ਜਿਹਦੇ ਵਿੱਚ ਜੀ ਡਿਸੇਬਿਲਟੀ ਇੰਸ਼ੋਰੈਂਸ ਫੈਡਰਲ ਦਾ ਜੀ ਟੈਕਸ ਹੁੰਦਾ, ਕੋਈ 10% ਜਾਂ 11% ਦੇ ਕਰੀਬ ਟੈਕਸ ਹੁੰਦਾ। ਜਦੋਂ ਹਮ, 7% ਉਹ EMPLOYEE ਦਾ ਕੱਟਦਾ ਹੈ ਤਾਂ 10% ਉਹਨੂੰ ਆਪਣੇ ਕੋਲੋਂ ਪੈਂਦਾ। ਜੇ ਮੋਟੇ ਰੂਪ ਵਿੱਚ ਦੇਖਿਆ ਜਾਵੇ, ਇੱਕ ਡਰਾਈਵਰ ਅਗਰ 1 ਲੱਖ ਰੁਪਈਆ ਤਨਖਾਹ ਲੈਂਦਾ ਹੈ ਤਾਂ ਉਹ ਲੱਖ ਦੇ ਜੀ ਵਿੱਚੋਂ ਸਮੁੱਚੇ ਰੂਪ ਵਿੱਚ ਸਾਲ ਦੇ ਐਂਡ ਦੇ EMPLOYER ਨੇ EMPLOYEE ਕੋਲੋਂ ਵੀ 7,000 ਕੱਟਣਾ ਹੁੰਦਾ ਹੈ, ਪਰ ਹਮ, ਨਾਲ ਆਪਣੇ ਕੋਲੋਂ ਵੀ 10,000 ਹੋਰ ਪਾਉਣਾ ਹੁੰਦਾ ਤੇ 17,000 ਰੁਪਇਆ ਉਹਨੇ ਸਟੇਟ ਨੂੰ ਜਮ੍ਹਾਂ ਕਰਾਉਣਾ ਜਾਂ ਫੈਡਰਲ ਨੂੰ ਜਮ੍ਹਾਂ ਕਰਾਉਣਾ। ਇਸ ਤਰ੍ਹਾਂ ਜੀ ਡਰਾਈਵਰ ਨੂੰ 1 ਲੱਖ ਦੀ ਬਜਾਏ ਉਹਨੂੰ ਇੱਕ ਜਿਹੜਾ ਡਰਾਈਵਰ ਆ ਉਹ 1,10,000 ਵਿੱਚ ਪਿਆ, ਜਦ ਕਿ ਡਰਾਈਵਰ ਜੀ ਨੂੰ ਤਨਖਾਹ ਜਿਹੜੀ ਮਿਲੀ ਆ ਉਹ $93,000 ਮਿਲੀ ਹੈ। ਠੀਕ ਹੈ, ਹਮ, ਪਰ ਜਦੋਂ ਇਹ W2 ਤੁਹਾਡਾ ਹੋ ਗਿਆ ਕਿ ਡਰਾਈਵਰ ਨੂੰ 93,000 ਮਿਲਿਆ, ਪਰ ਤੁਹਾਨੂੰ ਜਿਹੜਾ ਮਾਲਕ ਹੈ ਉਹਨੂੰ ਉਹ ਡਰਾਈਵਰ ਜਿਹੜਾ 1 ਤੇ 10,000 ਦੇ ਵਿੱਚ ਪਿਆ, 17,000 ਜਿਹੜਾ ਉਹਦਾ ਟੈਕਸ ਬਣ ਗਿਆ। ਮੈਂ ਮੋਟਾ ਰੂਪ ਤੁਹਾਨੂੰ ਦੱਸ ਰਿਹਾ। ਜੀ ਪਰ ਜੀ ਜਦੋਂ ਅਸੀਂ 1099 ਦਿੰਦੇ ਆ ਤੇ 1099 ਅਗਰ ਉਹਨੇ 1 ਲੱਖ ਦਾ ਕੰਮ ਕੀਤਾ ਹੈ ਤੇ 1 ਲੱਖ ਰੁਪਈਆ ਅਸੀਂ ਪੂਰੇ ਦਾ ਪੂਰਾ ਉਸ ਕੰਟਰੈਕਟਰ ਨੂੰ ਦੇ ਦਿੰਦੇ ਆ, ਔਰ ਨਾਲ ਪੇਪਰ ਦੇ ਦਿੰਦੇ ਆ ਕਿ ਜੀ ਭਾਈ ਇਹਨੇ ਸਾਡਾ $1 ਲੱਖ ਦਾ ਕੰਮ ਕੀਤਾ। ਹੁਣ ਉਹ ਜਿਹੜਾ ਓਨਰ ਆਪਰੇਟਰ ਆ ਉਹ 1 ਲੱਖ ਦੇ ਵਿੱਚੋਂ ਆਪਣਾ ਡੀਜ਼ਲ, ਆਪਣੀਆਂ ਇੰਸ਼ੋਰੈਂਸ, ਆਪਣਾ ਜੋ ਵੀ ਉਹਦੇ ਖਰਚੇ ਆ ਉਹਨੂੰ ਪਾ ਕੇ ਉਹਦੀ 50,000 ਇਨਕਮ ਆਉਂਦੀ ਹੈ ਤੇ 50,000 ਦੇ ਉੱਤੇ ਉਹਨੂੰ ਕਰਨਾ ਪੈਂਦਾ। ਭਾਵ ਕਿ ਉਸ ਕੇਸ ਦੇ ਵਿੱਚ ਜਿਹੜਾ ਕੰਪਨੀ ਓਨਰ ਹੈ ਉਹਨੂੰ 10,000 ਰੁਪਇਆ ਫਾਲਤੂ ਨਹੀਂ ਦੇਣਾ ਪਿਆ। ਡਰਾਈਵਰ ਦੇ ਕੇਸ ਦੇ ਵਿੱਚ ਜਦੋਂ ਤੁਸੀਂ ਡਰਾਈਵਰ ਨੂੰ 1 ਲੱਖ ਰੁਪਇਆ ਤਨਖਾਹ ਦੇ ਉੱਤੇ 1 ਲੱਖ ਦਾ 1099 ਫੜਾ ਦਿੰਦੇ ਹੋ ਤਾਂ ਉਹਦੇ ਜੀ ਵਿੱਚ ਜਿਹੜਾ 10,000 ਆ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਡਰਾਈਵਰ ਨੂੰ ਮੋਟੇ ਰੂਪ ਵਿੱਚ ਇਹ ਲੱਗਦਾ ਕਿ ਮੇਰਾ 7,000 ਨਹੀਂ ਕੱਟਿਆ ਸੋ ਮੈਨੂੰ ਬੈਨੀਫਿਟ ਹੋ ਗਿਆ, ਪਰ ਜਦੋਂ ਅਸੀਂ ਟੈਕਸ ਭਰਨ ਜਾਂਦੇ ਆ ਤਾਂ ਉੱਥੇ ਬਿਲਕੁਲ ਬਿਲਕੁਲ ਕਹਾਣੀ ਹੋਰ ਹੋ ਜਾਂਦੀ ਹੈ। ਉਹ ਕਿਉਂ ਹੁੰਦੀ ਆ, ਉਹ ਆਪਾਂ ਫਿਰ ਗੱਲ ਉਹਦੇ ਬਾਰੇ ਕਰਦੇ ਆ ਕਿ ਉਹ ਕਿਉਂ ਬਿਲਕੁਲ, ਦੇਣਾ ਕਿਉਂਕਿ ਪੈਂਦਾ। ਉੱਥੇ ਹੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਮੇਰੇ ਤੇ ਜਿਹੜੀ ਟੈਕਸ ਦੀ ਮਾਰ ਹੈ ਬਹੁਤ ਜ਼ਿਆਦਾ ਪਈ ਹੈ। ਬਿਲਕੁਲ ਠੀਕ ਤੁਸੀਂ ਗੱਲ ਕਿਹਾ। ਬਿਲਕੁਲ ਪਰ ਇੱਥੇ ਨਾਲ ਹੀ ਸਾਨੂੰ ਟਾਂਡਾ ਸਾਹਿਬ ਇੱਥੇ ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ, ਕਿਉਂਕਿ ਬਹੁਤ ਸਾਰੇ ਜਿਹੜੇ ਡਰਾਈਵਰ ਵੀ ਸਾਡਾ ਪ੍ਰੋਗਰਾਮ ਦੇਖਦੇ ਨੇ, ਲਗਾਤਾਰ ਉਹਨਾਂ ਦਾ ਇੱਕ ਸਵਾਲ ਮੈਨੂੰ ਜ਼ਰੂਰ ਆਇਆ ਸੀ WhatsApp ਦੇ ਜ਼ਰੀਏ, ਔਰ ਉਹ ਚਾਹੁੰਦੇ ਸੀਗੇ ਕਿ ਮੈਂ ਤੁਹਾਡੇ ਤੋਂ ਪੁੱਛਾਂ, ਕਿਉਂਕਿ ਉਹ ਜਿਹੜੇ ਸਵਾਲ ਸੀਗੇ ਉਹ ਰਲੇ ਮਿਲੇ ਇੱਕੋ ਤਰ੍ਹਾਂ ਦਾ ਇੱਕ ਸਵਾਲ ਸੀਗਾ ਕਿ ਉਹਨਾਂ ਨੂੰ ਟੈਕਸ ਜਦੋਂ ਭਰਨ ਜਾਂਦੇ ਨੇ ਤਾਂ ਇੱਕ ਵੱਡੀ ਪੈਨਲਟੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ, ਕਿਉਂਕਿ ਅਕਸਰ ਡਰਾਈਵਰ ਇਹ ਸ਼ਿਕਾਇਤ ਕਰਦੇ ਵੀ ਵੇਖੇ ਗਏ ਨੇ ਕਿ ਉਹਨਾਂ ਨੂੰ ਟੈਕਸ ਦੀ ਮਾਰ ਸਹਿਣੀ ਪੈਂਦੀ ਹੈ। ਆਖਰ ਅਜਿਹਾ ਕਿਉਂ ਹੁੰਦਾ? ਤੁਹਾਨੂੰ ਕੀ ਲੱਗਦਾ ਅਜਿਹੇ ਹੋਣ ਦੇ ਪਿੱਛੇ ਕਾਰਨ ਕੀ ਹੈ? ਕਿਉਂ ਪੈਨਲਟੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ? ਬਿਲਕੁਲ ਬਲਿੰਦਰ ਜੀ, ਮੈਂ ਉਸੇ ਗੱਲ ਤੇ ਆ ਰਿਹਾ ਕਿ ਉਹ ਪੈਨਲਟੀ ਨਹੀਂ ਹੁੰਦੀ, ਐਕਚੁਅਲੀ ਟੈਕਸ ਹੀ ਹੁੰਦਾ, ਉਹ ਪੈਨਲਟੀ ਨਹੀਂ ਹੈ। ਹੂੰ ਪਰ ਕੀ ਹੈ ਕਿ ਥੋੜਾ ਜਿਹਾ ਇਸ ਗੱਲ ਨੂੰ ਧਿਆਨ ਨਾਲ ਸਮਝੀਏ ਕਿ ਇੱਕ ਆਦਮੀ ਨੇ $1 ਲੱਖ ਦਾ ਟੋਟਲ ਕੰਮ ਕੀਤਾ, ਜੀ ਚਾਹੇ ਉਹ ਡਰਾਈਵਰ ਹੈ ਚਾਹੇ ਉਹ ਓਨਰ ਆਪਰੇਟਰ ਹੈ। ਉਹਦੇ ਵਿੱਚ ਜੀ ਅਗਰ ਉਹ ਡਰਾਈਵਰ ਹੈ, ਜਿਵੇਂ ਤੁਹਾਨੂੰ ਮੈਂ ਕਿਹਾ ਕਿ EMPLOYER ਨੇ ਆਪਣਾ 10,000 ਕੋਲੋਂ ਪਾਉਣਾ ਹੈ ਤੇ 7,000 ਡਰਾਈਵਰ ਦਾ ਕੱਟਣਾ ਤੇ 17,000 ਸਟੇਟ ਨੂੰ ਜਮ੍ਹਾਂ ਕਰਾਉਣਾ ਜਾਂ ਫੈਡਰਲ ਨੂੰ ਜਮ੍ਹਾਂ ਜੀ ਕਰਾਉਣਾ। ਭਾਵ ਇਹ ਹੈ ਕਿ 1 ਲੱਖ ਦੀ ਇਨਕਮ ਦੇ ਉੱਤੇ ਜਿਹੜੀ ਸਟੇਟ ਆ ਜਾਂ ਫੈਡਰਲ ਆ ਉਹਦਾ ਹਿੱਸਾ 17,000 ਬਣ ਚੁੱਕਾ ਹੈ। ਠੀਕ ਹੈ, ਜੀ ਹੂੰ ਇਹਦੇ ਵਿੱਚ 7,000 ਡਰਾਈਵਰ ਵੱਲੋਂ ਕੱਟਿਆ ਜਾਣਾ ਸੀ ਤੇ 10,000 EMPLOYER ਨੇ ਆਪਣੇ ਕੋਲੋਂ ਪਾਉਣਾ ਸੀ। ਸੋ 17,000 ਰੁਪਈਆ ਜਿਹੜਾ ਆ ਉਹ ਸਟੇਟ ਨੂੰ ਦੇਣਾ ਹੀ ਪੈਣਾ 1 ਲੱਖ ਦੀ ਇਨਕਮ ਦੇ ਜੀ ਉੱਤੇ। ਪਰ ਜੀ ਹੋਇਆ ਕੀ ਹੈ ਕਿ ਡਰਾਈਵਰ ਨੇ ਆਪਣਾ 7,000 ਨਹੀਂ ਕਟਵਾਇਆ, ਡਰਦੇ ਨੇ ਕਿ ਮੈਂ 7,000 ਕਿਉਂ ਦੇਵਾਂ। ਪਰ ਜੀ ਜਦੋਂ 1 ਲੱਖ ਦਾ 1099 ਲੈ ਕੇ ਉਹਨੇ ਆਪਣੀ ਟੈਕਸ ਦੀ ਫਾਈਲਿੰਗ ਸ਼ੁਰੂ ਕੀਤੀ ਤੇ ਜਿਹੜਾ ਉਹ 17,000 ਰੁਪਈਆ ਡਿਊ ਜਿਹੜਾ ਸਟੇਟ ਨੂੰ ਬਣਦਾ, ਹੁਣ ਉਹ ਜੀ 1 ਲੱਖ ਦੇ ਵਿੱਚੋਂ 17,000 ਨਿਕਲਣਾ। ਸਮਝ ਗਏ ਬਿਲਕੁਲ ਤੁਸੀਂ? ਬਿਲਕੁਲ ਠੀਕ ਹੈ, ਬਿਲਕੁਲ ਬਿਲकुल ਹੁਣ ਕੀ ਹੋਇਆ ਕਿ ਮਾਲਕ ਨੇ ਇੱਕ ਡਰਾਈਵਰ ਨੂੰ 7,000 ਦਾ ਲਾਲਚ ਦਿਖਾ ਕੇ ਆਪਣਾ ਜਿਹੜਾ 10,000 ਉਹਨੇ ਆਪਣੀ ਜੇਬ ਦੇ ਵਿੱਚੋਂ ਦੇਣਾ ਸੀ, ਜੀ ਉਹ ਵੀ 10,000 ਡਰਾਈਵਰ ਦੇ ਖਾਤੇ 'ਚ ਪਾਤਾ। ਹੁਣ ਡਰਾਈਵਰ ਦੇ ਕੋਲ ਇੱਕ ਹੀ ਆਪਸ਼ਨ, ਦੋ ਆਪਸ਼ਨਸ ਬਚੀਆਂ ਆ, ਜਾਂ ਤਾਂ ਉਹ ਜਿਹੜਾ ਕਿ ਉਹਨੇ 93,000 ਘਰ ਨੂੰ ਲੈ ਕੇ ਜਾਣਾ ਸੀ ਉਹਦੀ ਜਗ੍ਹਾ ਉਹ 83,000 ਘਰ ਨੂੰ ਲੈ ਕੇ ਜਾਵੇ,
ਤੇ 17,000 ਰੁਪਇਆ ਆਪਣੀ ਪਾਕਟ ਦੇ ਵਿੱਚੋਂ ਸਟੇਟ ਨੂੰ ਦੇਵੇ, ਜਿਹੜਾ ਕਿ 17,000 ਅਸਲ ਵਿੱਚ ਮਿਕਸ ਹੋਣਾ ਸੀ। 10,000 EMPLOYER ਨੇ ਪੇ ਕਰਨਾ ਸੀ, 7,000 ਉਹਨੇ ਪੇ ਕਰਨਾ ਸੀ। 1099 ਜੀ ਲੈਣ ਦੇ ਨਾਲ ਉਹ 17 ਦਾ 17,000 ਜਿਹੜਾ ਡਰਾਈਵਰ ਲਾਇਬਲ ਹੋ ਗਿਆ। ਨੰਬਰ 1। ਜੀ ਹੁਣ ਤੁਹਾਡੇ ਕੋਲ ਡਰਾਈਵਰ ਦੇ ਕੋਲ ਦੋ ਚੁਆਇਸ ਆ, ਜਾਂ ਤਾਂ ਉਹ ਝੂਠ ਬੋਲੇ, ਉਹ ਕਿਸੇ ਕਿਸਮ ਦੇ ਆਪਣੇ ਜਾਲੀ ਖਰਚੇ ਪਾਵੇ, ਹੇਰਾ ਫੇਰੀ ਕਰੇ, ਕੋਈ ਐਵੇਂ ਟਰੱਕ ਲੀਜ਼ ਹੋਇਆ ਦਿਖਾਵੇ, ਕੋਈ ਟ੍ਰੇਲਰ ਲੀਜ਼ ਹੋਇਆ ਦਿਖਾਵੇ, ਉਹਦੇ ਉੱਤੇ ਘਾਟੇ ਸ਼ੋ ਕਰੇ, ਜੀ ਜਿਹਦੇ ਵਿੱਚ ਮੈਂ ਸਮਝਦਾ ਕਿ ਟੈਕਸ ਪ੍ਰਪੇਅਰਰ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਆ। ਉਹ ਇਸ ਤਰ੍ਹਾਂ ਦੀਆਂ ਹੇਰਾ ਫੇਰੀਆਂ ਕਰਕੇ ਆਪਣਾ ਜਿਹੜਾ ਟੈਕਸ ਆ ਜਾਂ ਆਪਣੀ ਟੋਟਲ ਇਨਕਮ ਜਿਹੜਾ ਉਹਨੂੰ ਕੰਟਰੈਕਟਰ ਵਾਲੇ ਕਲਾਸੀਫਾਈ ਆਪਣੇ ਆਪ ਨੂੰ ਕਰਕੇ ਉਹਦੇ ਅੰਡਰ ਕੋਈ ਗਲਤ ਤਰ੍ਹਾਂ ਦੇ ਖਰਚੇ ਪਾ ਕੇ ਜੀ ਉਹ ਆਪਣੀ ਇਨਕਮ ਨੂੰ 1 ਲੱਖ ਦੀ ਬਜਾਏ 50,000 ਰੁਪਇਆ ਲੈ ਕੇ ਆਵੇ, ਉਹਦੇ ਉੱਤੇ ਜੋ ਵੀ 5-7,000 ਦਾ ਟੈਕਸ ਬਣਦਾ ਉਹ ਦੇਵੇ। ਤੇ ਦੂਜੀ ਚੁਆਇਸ ਉਹਦੇ ਕੋਲ ਇਹ ਠੀਕ ਹੈ ਹੈ ਕਿ ਉਹ ਸੱਚ ਬੋਲੇ ਔਰ 17,000 ਡਾਲਰ ਦਾ ਜਿਹੜਾ ਟੈਕਸ ਆ ਉਹ ਦੇ ਦੇਵੇ। ਉਹਦੇ ਨਾਲ ਕੀ ਹੈ ਕਿ ਡਰਾਈਵਰ ਦੇ ਐਂਡ ਦੇ ਉੱਤੇ ਬਹੁਤ ਵੱਡਾ ਨੁਕਸਾਨ ਆ। ਜਾਂ ਤਾਂ ਉਹਨੂੰ EMPLOYER ਦੀ ਹਿੱਸੇ ਦਾ ਪੈਸਾ ਜਿਹੜਾ ਉਹਨੇ EMPLOYER ਨੇ ਪੇ ਕਰਨਾ ਸੀ ਉਹ ਵੀ ਪੇ ਕਰਨਾ ਉਹ ਉਹਨੂੰ ਪੇ ਪੈ ਕਰਨਾ ਰਿਹਾ, ਪਏਗਾ। ਬਿਲਕੁਲ ਜਾਂ ਉਹ ਵੀ ਪੇ ਕਰੇ ਬਿਲकुल ਤੇ ਜਾਂ ਫਿਰ ਉਹ ਝੂਠ ਬੋਲੇ ਔਰ ਉਹ ਜਾਲੀ ਖਰਚੇ ਪਾਵੇ, ਹੇਰਾ ਫੇਰੀ ਕਰੇ। ਪਰ ਪ੍ਰੈਕਟੀਕਲੀ ਕੀ ਹੈ ਕਿ ਕੋਈ ਵੀ ਬੰਦਾ ਹਿੰਮਤ ਨਹੀਂ ਕਰਦਾ। 90% ਤਾਂ ਮੈਂ ਨਹੀਂ ਕਹਿ ਸਕਦਾ, 95, 98, 99% ਕੇਸਾਂ ਦੇ ਵਿੱਚ ਫਿਰ ਡਰਾਈਵਰ ਨੂੰ ਉੱਥੇ 1099 ਦੇ ਮਾਮਲੇ ਵਿੱਚ ਝੂਠ ਬੋਲਣਾ ਪੈਂਦਾ, ਉਹਨੂੰ ਆਪਣੀ ਇਨਕਮ ਰਿਡਿਊਸ ਹੋਈ ਦਿਖਾਉਣੀ ਪੈਂਦੀ ਆ, ਜਿਹਦੇ ਵਾਸਤੇ ਜਦੋਂ ਆਡਿਟ ਹੁੰਦਾ यानी कि जो ਡਰਾਈਵਰ पहला ਨੂੰ फायदा वो टैक्स सोचता है वो फायदा होंदा नहीं है, बाद भी जाके उसको नुकसान ही होंदा है। तो की मोटे तौर ते किया जा सकता है कि कसूरवार जिहड़ा हैगा वो एम्पलॉयर है जिहड़ा जॉब दे रहा है, क्योंकि जेकर ਉਹ ਸੱਚ ਦੱਸਦਾ, ਉਹ ਇੱਕ ਸਾਫ਼ ਤਸਵੀਰ ਡਰਾਈਵਰ ਦੇ ਸਾਹਮਣੇ ਰੱਖਦਾ ਤਾਂ ਡਰਾਈਵਰ ਨੂੰ ਨੁਕਸਾਨ ਹੁੰਦਾ, ਪਰ ਕਿਤੇ ਨਾ ਕਿਤੇ EMPLOYE ਜਿਹੜਾ ਹੈ ਆਪਣਾ ਵੀ ਖਰਚਾ ਬਚਾਉਣਾ ਚਾਹੁੰਦਾ ਹੈ, ਇਸ ਲਈ ਉਹ ਡਰਾਈਵਰ ਦੇ ਸਿਰ ਤੇ ਸਾਰਾ ਕੁਝ ਛੱਡ ਦਿੰਦਾ ਬਿਲਕੁਲ। ਤਾਂ ਫਿਰ ਮੈਂ ਕਸੂਰਵਾਰ ਇਸੇ ਕੌਣ ਗੱਲ ਹੋਇਆ? ਜਿਹੜਾ ਬਿਲਕੁਲ ਜਿਹੜਾ ਤੁਸੀਂ ਸਵਾਲ ਹੁਣ ਤੁਸੀਂ ਕੀਤਾ, ਐਕਚੁਅਲੀ ਵਿੱਚ ਮੈਂ ਇਹ ਹੀ ਬਿਲਕੁਲ ਐਗਜ਼ੈਕਟਲੀ ਇੱਥੇ ਆਉਣਾ ਚਾਹੁੰਦਾ ਸੀ ਕਿ EMPLOYER ਜਿਹੜਾ ਹੈਗਾ ਉਹ ਬਿਲਕੁਲ ਆਪਣੇ ਇੱਕ ਛੋਟੇ ਮਫਾਦ ਵਾਸਤੇ, ਆਪਣੇ ਛੋਟੇ ਫਾਇਦੇ ਲਈ ਇਹ ਗਲਤੀ ਕਰਦਾ ਹੈ, ਪਰ ਜੀ ਇਹਦੇ ਵਾਸਤੇ ਉਹਨੂੰ ਬਹੁਤ ਵੱਡੀਆਂ ਪੈਨਲਟੀਜ਼ ਵੀ ਦੇਣੀਆਂ ਪੈਂਦੀਆਂ। ਮੈਂ ਇਹਨਾਂ ਮਾਮਲਿਆਂ ਦੇ ਵਿੱਚ ਮਿਲੀਅਨਸ ਦੇ ਵਿੱਚ ਪੈਨਲਟੀ ਪੈਂਦੀਆਂ ਦੇਖੀਆਂ ਔਰ ਫਿਰ ਬੈਂਕਰਪਸੀਆਂ ਕਰਨੀਆਂ ਪੈਂਦੀਆਂ ਜਾਂ ਹੋਰ ਹੇਰਾਫੇਰੀਆਂ ਕਰਨੀਆਂ ਪੈਂਦੀਆਂ ਇਸ ਚੀਜ਼ ਜੀ ਤੋਂ ਬਚਣ ਜੀ ਵਾਸਤੇ। ਪਰ ਇਹ ਜਿਹੜੀਆਂ ਅੱਜ ਕੱਲ ਆਡਿਟਸ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਸਟੇਟ ਜਿਹੜੀ ਹੈ ਉਹ ਬਹੁਤ ਤੇਜ਼ੀ ਦੇ ਨਾਲ ਇਸ ਤਰ੍ਹਾਂ ਦੇ ਆਡਿਟ ਜਿਹੜੇ ਆ ਉਹ ਕਰ ਰਹੀ ਹੈ। ਔਰ ਰੀਸੈਂਟਲੀ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਬਹੁਤ ਵੱਡੇ ਲੈਵਲ ਦੀਆਂ ਜਿਹੜੀਆਂ ਪੈਨਲਟੀਜ਼ ਪਈਆਂ ਹੈ, ਕਿਉਂਕਿ ਉਹ ਫਿਰ ਜਦੋਂ ਸਟੇਟ ਆਉਂਦੀ ਹੈ ਤਾਂ ਸਟੇਟ ਫਿਰ ਜਿਹੜਾ 17,000 ਦੀ, ਕਿਉਂਕਿ ਮੈਂ 17,000 ਦੀ ਫਿਗਰ ਇਸ ਕਰਕੇ ਲਈ ਤਾਂ ਕਿ ਸਮਝਣਾ ਸੌਖਾ ਹੋ ਜਾਏ, ਸੌਖਾ ਉਹ ਜਿਹੜਾ 17 ਜਾਂ 14,000 ਜਿਹੜਾ ਬਣਦਾ ਹੈ ਉਹ ਸਾਰੇ ਦਾ ਸਾਰਾ ਪਿਛਲੇ 3 ਤੋਂ ਲੈ ਕੇ ਪਲਦਾ ਜਿੰਨੇ ਡਰਾਈਵਰ ਵੀ ਨਾਲ ਹੁੰਦੇ ਆ ਉਹਨਾਂ ਸਾਰਿਆਂ ਦਾ ਉਹ ਸਟ੍ਰੇਟ ਵਿੱਚ 14-15,000 ਦੇ ਹਿਸਾਬ ਨਾਲ ਜਿੰਨਾ ਵੀ 14% ਟੈਕਸ ਬਣਦਾ ਉਹਦੇ ਹਿਸਾਬ ਨਾਲ ਪਾ ਕੇ, ਉਹਦੇ ਤੇ ਇੰਟਰਸਟ ਪਾ ਕੇ, ਉਹਦੇ ਪੈਨਲਟੀ ਪਾ ਕੇ, ਅਸਲ ਵਿੱਚ ਜਿਹੜਾ ਇੱਕ ਮਾਲਕ ਆ ਜੇਕਰ ਉਹਦਾ ਸਾਲ ਦਾ 50,000 ਟੈਕਸ ਬਣਦਾ ਤੇ ਅਸਲ ਵਿੱਚ ਉਹਨੂੰ ਕਈ ਗੁਣਾ ਟੈਕਸ ਜਿਹੜਾ ਆ ਉਹ ਮੈਂ ਦਿੰਦੇ ਵੀ ਦੇਖਿਆ ਔਰ ਦੇਣਾ ਵੀ ਪੈਂਦਾ ਆ। ਇੰਜ ਕਹਿ ਲਓ ਕਿ ਜੇਕਰ ਤੁਹਾਡੀ 5-7 ਸਾਲ 8 ਸਾਲ ਵਿੱਚ ਇੱਕ ਆਡਿਟ ਵੀ ਹੋ ਜਾਂਦਾ EDD ਦਾ, ਤਾਂ ਤੁਹਾਡੀ ਜਿਹੜੀ 5-7 ਸਾਲਾਂ ਦੀ ਕਮਾਈ ਹੈ ਜਾਂ 8 ਸਾਲਾਂ ਦੀ ਇਸ ਤਰ੍ਹਾਂ ਝੂਠ ਬੋਲ ਕੇ ਜਾਂ ਕਹਿ ਲਓ ਕਿ ਇਸ ਤਰ੍ਹਾਂ ਸਿਸਟਮ ਨੂੰ ਬਾਈਪਾਸ ਕਰਕੇ ਮੋਟੇ ਤੌਰ ਤੇ ਦੇਖਿਆ ਜਾਏ ਤਾਂ ਪੈਸਾ ਹਰ ਕੋਈ ਕਮਾਉਣਾ ਚਾਹੁੰਦਾ ਹੈ, ਪਰ ਨਾਲ ਹੀ ਟੈਕਸ ਦੀ ਮਾਰ ਤੋਂ ਹਰ ਕੋਈ ਬਚਣਾ ਵੀ ਚਾਹੁੰਦਾ। ਇਸ ਕਰਕੇ ਅੱਜ ਦੇ ਸਮੇਂ ਵਿੱਚ ਜਿਹੜੀ ਹੈ ਬੇਈਮਾਨੀ ਜਿਹੜੀ ਹੈ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ। ਲੋਕਾਂ ਦੇ ਵਿੱਚ ਜਿਹੜੀ ਮੈਂਟੈਲਿਟੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਪੈਸਾ ਬਚਾ ਲਾਂ, ਫਿਰ ਭਾਵੇਂ ਮੈਨੂੰ ਕੋਈ ਵੀ ਤਰੀਕਾ ਅਖਤਿਆਰ ਕਿਉਂ ਨਾ ਕਰਨਾ ਪਏ। ਦੇਖੋ ਇਹ ਥੋੜ ਚਿਰਾ ਲਾਲਚ ਹੈ, ਇਹਦੇ ਬਾਰੇ ਦੇਖੋ ਇਹਦਾ ਇੱਕ ਬਹੁਤ ਵੱਡਾ ਟੌਪਿਕ ਆ ਭਲਿੰਦਰ ਸਿੰਘ ਜੀ, ਇਹਦੇ ਉੱਤੇ ਗੱਲ ਕਰਨੀ ਦਾ ਆਪਣੇ ਆਪ 'ਚ ਬਹੁਤ ਵੱਡਾ ਟੌਪਿਕ ਹੈ। ਦੇਖੋ ਅਸੀਂ ਕਿਸੇ ਦੀ ਮੈਂਟੈਲਿਟੀ ਤਾਂ ਚੇਂਜ ਨਹੀਂ ਕਰ ਸਕਦੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਸਿਰਫ ਦੁਨੀਆ ਦੇ ਵਿੱਚ ਇੱਕ ਬੰਦੇ ਨੂੰ ਚੇਂਜ ਕਰ ਸਕਦੇ ਹੋ, ਉਹ ਸਿਰਫ ਤੁਹਾਡਾ ਆਪਣਾ ਆਪ ਹੈ। ਤੁਸੀਂ ਆਪਣੇ ਆਪ ਨੂੰ ਚੇਂਜ ਕਰ, ਅਦਰਵਾਈਜ਼ ਤੁਸੀਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ। ਪਰ ਹਾਂ, ਸਾਨੂੰ ਜਦੋਂ ਕਾਨੂੰਨੀ ਪੱਖ ਤੋਂ ਗੱਲ ਕਰਦੇ ਹਾਂ ਤਾਂ ਕਾਨੂੰਨ ਵੀ ਇਹ ਬਹੁਤ ਵੱਡੀ ਗੱਲ ਹੈ। ਕਿਸੇ ਸਾਨੂੰ ਵਧਣ ਦਾ, ਹਰ ਇਨਸਾਨ ਨੂੰ ਗਰੋ ਕਰਨ ਦਾ ਹੱਕ ਹੈ, ਪਰ ਕਿਸੇ ਦੇਸ਼ ਨੂੰ ਘਾਟਾ ਪਾ ਕੇ ਜਾਂ ਉਸ ਮੁਲਕ, ਉਸ ਸੁਸਾਇਟੀ ਨੂੰ, ਉਸ ਸਮਾਜ ਨੂੰ ਘਾਟਾ ਪਾ ਕੇ ਤੁਸੀਂ ਜਾਂ ਉਹਦਾ ਪੈਸਾ ਖੋ ਕੇ ਜਿਹੜਾ ਆ ਉਹ ਤੁਸੀਂ ਅਮੀਰ ਹੁੰਦੇ ਆ, ਤਾਂ ਇਹ ਓਬਵੀਅਸਲੀ ਇੱਕ ਕ੍ਰਾਈਮ ਵੀ ਹੈ ਔਰ ਇੱਕ ਫੈਲਨੀ ਵੀ ਹੈ। ਕਾਨੂੰਨ ਦੀਆਂ ਨਜ਼ਰਾਂ ਵਿੱਚ ਵੀ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਵੀ ਗਲਤੀ ਹੈ। ਪਰ ਹਾਂ, ਅਨਫੋਰਚੂਨੇਟਲੀ ਮੈਂ ਇਹ ਵੀ ਸਮਝਦਾ ਹੈ ਕਿ ਕਿਸੇ ਹੱਦ ਤੱਕ ਲੋਕ ਅਵੇਅਰ ਵੀ ਨਹੀਂ ਹੈ। ਇਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਮੈਂ ਤੁਹਾਡਾ ਹੋਰ ਮੈਂਸ਼ਨ ਕਰਨੀ ਚਾਹਾਂਗਾ ਗੱਲ ਜਿਹੜੀ ਕਿ ਮੈਂ ਬਹੁਤ ਫੀਲ ਕਰਦਾ ਹਾਂ
ਕਿ ਸਾਡੇ ਪੰਜਾਬੀ ਟਰੱਕਿੰਗ ਇੰਡਸਟਰੀ ਦਾ ਜਿਹੜਾ ਇੱਕ ਵੱਡਾ ਕਾਰਨ ਆ, ਅਸੀਂ ਤਨਖਾਹਾਂ ਡਰਾਈਵਰਸ ਦਾ ਬਹੁਤ ਜ਼ਿਆਦਾ ਵਧਾਤੀਆਂ, ਜਿਹੜੀਆਂ ਕਿ ਜੇਕਰ ਟਰੱਕਿੰਗ ਇੰਡਸਟਰੀ ਦੇ ਮੇਚ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਉਹ ਜਿਹੜੀਆਂ ਅਥੈਂਟਿਕ ਤਨਖਾਹਾਂ ਨਹੀਂ ਹਨ। ਇੰਨੀ ਜ਼ਿਆਦਾ ਤਨਖਾਹ ਟਰੱਕਿੰਗ ਵਿੱਚ ਅਫੋਰਡ ਨਹੀਂ ਹੋ ਸਕਦੀ। ਕਾਰਨ ਕੀ ਹੈ? ਇਹ ਨਹੀਂ ਕਿ ਸਾਡੇ ਜਿਹੜੇ ਟਰੱਕਿੰਗ ਕੰਪਨੀਆਂ ਦੇ ਮਾਲਕ ਉਹ ਘੱਟ ਪੈਸਾ ਪੇ ਕਰਦੇ ਆ, ਅਸਲ ਵਿੱਚ ਇਹ ਕਹਾਣੀ ਨਹੀਂ ਹੈ। ਅਸਲ ਵਿੱਚ ਕਹਾਣੀ ਕੀ ਹੈ ਕਿ ਉਹ ਜੇ 40 ਸੈਂਟ ਅਗਰ ਪੇ ਕਰਦੇ ਆ ਤਾਂ ਉਹਦੇ ਉੱਤੇ 10 ਸੈਂਟ ਅਗਰ ਟੈਕਸ ਪੈਂਦਾ ਤਾਂ 50 ਸੈਂਟ ਜਿਹੜਾ ਮਾਲਕ ਜਿਹੜਾ ਆ ਉਹਨੂੰ ਇੱਕ ਡਰਾਈਵਰ 50 ਸੈਂਟ ਮਾਈਲ ਦੇ ਹਿਸਾਬ ਨਾਲ ਪੈਂਦਾ, ਕਿਉਂਕਿ 10 ਸੈਂਟ ਉਹ ਟੈਕਸ ਪੇ ਕਰਦਾ ਹੈ ਔਰ 40 ਸੈਂਟ ਜਿਹੜਾ ਹੈਗਾ ਉਹਨੂੰ ਡਰਾਈਵਰ ਨੂੰ ਦਿੰਦਾ ਹੈ। ਅਗਰ ਇੰਡਸਟਰੀ ਦੇ ਵਿੱਚ ਨਾਰਮਲ ਜਿਹੜੀ ਅਗਰ 40 ਸੈਂਟ ਹੈ, ਪਰ ਅਨਫੋਰਚੂਨੇਟਲੀ ਸਾਡੇ ਪੰਜਾਬੀ ਜਿਹੜੇ ਹੈਗੇ ਆ ਉਹ ਆਪਣੇ ਡਰਾਈਵਰ ਨੂੰ ਤਨਖਾਹ ਹੀ 55 ਜਾਂ 60 ਸੈਂਟ ਤੋਂ ਸ਼ੁਰੂ ਕਰਦੇ ਆ। ਸੋ ਅਸਲ ਵਿੱਚ ਕੀ ਹੈ ਕਿ ਉਹ ਜਿੰਨਾ, ਜੇਕਰ ਅਸੀਂ ਅਮਰੀਕਨ ਕੰਪਨੀਆਂ ਦੀ ਗੱਲ ਕਰੀਏ ਤਾਂ ਜਿੰਨਾ ਉਹ ਟੈਕਸ ਪੇ ਕਰਕੇ ਜਾਂ ਡਰਾਈਵਰ ਨੂੰ ਸੈਲਰੀ ਪੇ ਕਰਕੇ ਟੈਕਸ ਪੇ ਜੋ ਕਰਕੇ ਜਿੰਨਾ ਉਹਨਾਂ ਨੂੰ ਨੈਟ ਡਰਾਈਵਰ ਉਹਨਾਂ ਦੇ ਕੰਪਨੀ ਨੂੰ ਪੈਂਦਾ, ਸਾਡੇ ਐਕਚੁਅਲੀ 1099 ਦੇਣ ਦੇ ਬਾਵਜੂਦ ਵੀ ਡਰਾਈਵਰ ਉਹ ਤੋਂ ਕਿਤੇ ਵੱਧ ਮਹਿੰਗਾ ਪੈਂਦਾ, ਕਿਉਂਕਿ ਅਸੀਂ ਡਰਾਈਵਰ ਦੀ ਸੈਲਰੀ ਜਿਹੜੀ ਆਮ ਮਾਰਕੀਟ ਨਾਲੋਂ ਘੱਟੋ ਘੱਟ ਵੀ 25 ਤੋਂ ਲੈ ਕੇ 35% ਤੱਕ ਵੱਧ ਪੇ ਕਰਦੇ ਆ। ਉਹਦੇ ਕਰਕੇ ਜਦੋਂ ਅਸੀਂ 30-35% ਵੱਧ ਸੈਲਰੀ ਪੇ ਕਰਦੇ ਆ ਆਮ ਮਾਰਕੀਟ ਨਾਲੋਂ, ਤਾਂ ਜਿਹੜਾ ਉਹਦੇ ਉੱਪਰ 10 ਤੋਂ 15% ਟੈਕਸ ਆ, ਫਿਰ ਉਹ ਪੇ ਨਾ ਕਰਨਾ ਸਾਡੀ ਮਜਬੂਰੀ ਹੋ ਜਾਂਦਾ, ਜਾਂ ਕਹਿ ਲਓ ਕਿ ਉਹਦੀ ਚੋਰੀ ਕਰਨਾ ਸਾਡੀ ਮਜਬੂਰੀ ਹੋ ਜਾਂਦਾ। ਸੋ ਅਸਲ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਟਾਂਡਾ ਸਾਹਿਬ, ਇੱਥੇ ਮੈਨੂੰ ਜੋ ਲੱਗ ਰਿਹਾ ਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੀ ਹੈ ਟੈਕਸ ਜਿਹੜੀ ਡਰਾਈਵਰ ਨੇ ਉਹਨਾਂ ਨੂੰ ਬਹੁਤੀ ਜ਼ਿਆਦਾ ਨੌਲੇਜ ਨਹੀਂ ਹੁੰਦੀ। ਉਹਨਾਂ ਨੂੰ ਨੌਲੇਜ ਉਦੋਂ ਹੀ ਪਤਾ ਚੱਲਦੀ ਹੈ ਜਦੋਂ ਸਾਲ ਬੀਤ ਚੁੱਕਾ ਹੁੰਦਾ, ਉਹਨਾਂ ਦੇ ਹੱਥ 'ਚ ਇੱਕ ਜਦੋਂ ਰਕਮ ਆ ਚੁੱਕੀ ਹੁੰਦੀ ਹੈ, ਔਰ ਜਦੋਂ ਉਸ ਤੋਂ ਬਾਅਦ ਉਹ ਸੀਏ ਕੋਲ ਜਾਂਦੇ ਨੇ ਔਰ ਟੈਕਸ ਬਾਰੇ ਪੁੱਛਦੇ ਨੇ ਤਾਂ ਜਾ ਕੇ ਉਹਨਾਂ ਨੂੰ ਇੱਕ ਅਸਲੀ ਤਸਵੀਰ ਸਮਝ ਜ਼ਰੂਰ ਆਉਂਦੀ ਹੈ। ਫਿਲਹਾਲ ਅਸੀਂ ਹੁਣ ਆਪਣੇ ਅਗਲੇ ਸੈਗਮੈਂਟ ਵੱਲ ਵਧਾਂਗੇ, ਜੋ ਕਿ ਸਵਾਲ ਜਵਾਬ ਜਿਹੜੇ ਸਾਡੇ ਡਰਾਈਵਰ ਵੀ ਜਿਹੜੇ ਸਾਨੂੰ ਖੁਦ ਭੇਜਦੇ ਨੇ ਜਾਂ ਕੰਪਨੀ ਜਿਹੜੇ ਬੰਦੇ ਹੈਗੇ ਨੇ ਉਹ ਸਾਨੂੰ ਜਿਹੜੇ ਸਵਾਲ ਜਵਾਬ ਭੇਜਦੇ ਨੇ, ਅਸੀਂ ਹੁਣ ਉਹਨਾਂ ਵੱਲ ਨਜ਼ਰ ਮਾਰਦੇ ਹਾਂ। ਔਰ ਇੱਥੇ ਸਭ ਤੋਂ ਪਹਿਲਾ ਸਵਾਲ ਮੈਂ ਲਵਾਂਗਾ ਯੁਵਾ ਸਿਟੀ ਤੋਂ, ਜੋ ਕਿ ਗੁਰਤੇਜ ਸਿੰਘ ਦਾ ਸਵਾਲ ਹੈ ਟਾਂਡਾ ਸਾਹਿਬ, ਔਰ ਉਹ ਸਭ ਤੋਂ ਸਵਾਲ ਕੀਤਾ ਉਹਨਾਂ ਨੇ ਕਿ ਸਾਡਾ ਇਫਟਾ ਕਦੇ ਤਾਂ ਬਹੁਤ ਜ਼ਿਆਦਾ ਬਣ ਜਾਂਦਾ ਤੇ ਜਾਂ ਫਿਰ 1000-1200 ਤੱਕ ਇਹ ਡਾਲਰ ਤੱਕ ਪਹੁੰਚ ਜਾਂਦਾ ਇਫਟਾ ਦਾ, ਔਰ ਕਦੇ ਕਦੇ ਸਿਰਫ 100-200 ਡਾਲਰ ਤੱਕ ਇਹ ਹੋਰ ਨਿਬੜਦਾ ਹੈ। ਇਸ ਦੇ ਕੀ ਕਾਰਨ ਹੋ ਸਕਦੇ ਨੇ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ। ਮੈਂ ਚਾਹਾਂਗਾ ਟਾਂਡਾ ਸਾਹਿਬ ਇਸ ਦਾ ਸਵਾਲ ਜਿਹੜਾ ਹੈ ਮਿੰਟ ਜਾਂ 2 ਮਿੰਟ ਅਸੀਂ ਦਈਏ ਤਾਂ ਜੋ ਫਿਰ ਅਗਲੇ ਸਵਾਲ ਵੱਲ ਵਧੀਏ। ਬਿਲਕੁਲ, ਇਹਦੇ ਵਿੱਚ ਐਕਚੁਅਲੀ ਜਿਹੜਾ ਟੈਕਸ ਫਾਈਲਰ ਹੈਗਾ ਜਾਂ ਏਜੰਟ ਹੈਗਾ, ਮੈਂ ਸਮਝਦਾ ਉਹਦਾ ਕੋਈ ਕਸੂਰ ਨਹੀਂ ਹੈ। ਇਹਨਾਂ ਨੂੰ ਚਾਹੀਦਾ ਕਿ ਇਹ ਟੈਕਸ ਕੱਲੀ ਸਟੇਟ ਦਾ ਕਿੰਨਾ ਟੈਕਸ ਹੁੰਦਾ ਹੈ, ਹਰ ਸਟੇਟ ਦਾ ਹਰ ਕੁਆਟਰ ਦੇ ਵਿੱਚ ਫਿਊਲ ਟੈਕਸ ਜਿਹੜਾ ਉਹ ਰਿਲੀਜ਼ ਕੀਤਾ ਜਾਂਦਾ ਡਿਪਾਰਟਮੈਂਟ ਆਫ ਜਿਹੜਾ ਬੋਰਡ ਆਫ ਵਹੀਕੂਲੇਸ਼ਨ ਵੱਲੋਂ। ਇਹਨਾਂ ਨੂੰ ਇਸ ਚੀਜ਼ ਨੂੰ ਬਹੁਤ ਥੋਰੋਲੀ ਆਪਣੇ ਏਜੰਟ ਕੋਲੋਂ ਸਮਝਣ ਦੀ ਲੋੜ ਹੈ ਕਿ ਕਿਹੜੀ ਸਟੇਟ ਜਿਹੜੀ ਹੈ ਉਹਦਾ ਫਿਊਲ ਟੈਕਸ ਰੇਟ ਕੀ ਹੈ ਤੇ ਉੱਥੇ ਫਿਊਲ ਦਾ ਰੇਟ ਕੀ ਹੈ। ਕਈ ਸਟੇਟ ਦੀਆਂ ਉਹਨਾਂ ਦਾ ਫਿਊਲ ਟੈਕਸ ਜ਼ਿਆਦਾ ਹੁੰਦਾ, ਕਈਆਂ ਦਾ ਫਿਊਲ ਟੈਕਸ ਜਿਹੜਾ ਘੱਟ ਹੁੰਦਾ ਹੈ। ਅਕਸਰ ਲੋਕ ਸਾਡੇ ਸਸਤਾ ਦੇਖ ਕੇ ਡੀਜ਼ਲ ਸਟੇਟ ਕਿਸੇ ਹੋਰ ਵਿੱਚੋਂ ਪਵਾ ਲੈਂਦੇ ਆ, ਪਰ ਅਸਲ ਵਿੱਚ ਉੱਥੇ ਫਿਊਲ ਟੈਕਸ ਜਿਹੜਾ ਹੈ ਉਹਦਾ ਰੇਟ ਬਹੁਤ ਘੱਟ ਹੋਣ ਕਰਕੇ ਸਾਨੂੰ ਇੰਜ ਲੱਗਦਾ ਕਿ ਅਸੀਂ ਫਿਊਲ ਉੱਥੋਂ ਸਸਤਾ ਲੈ ਰਹੇ ਹਾਂ, ਪਰ ਅਸਲ ਵਿੱਚ ਉਹ ਫਿਊਲ ਐਂਡ ਤੇ ਆ ਕੇ ਬਹੁਤ ਮਹਿੰਗਾ ਪੈਂਦਾ ਜਦੋਂ ਸਾਨੂੰ ਫਿਊਲ ਟੈਕਸ ਜਿਹੜਾ ਪੈਂਦਾ। ਸੋ ਅਸੀਂ ਸਸਤਾ ਡੀਜ਼ਲ ਦੇਖਣ ਦੀ ਬਜਾਏ ਸਾਨੂੰ ਜਿਹੜਾ ਹੈ ਉਹ ਫਿਊਲ ਟੈਕਸ ਨੂੰ ਕੰਸੀਡਰ ਕਰਨਾ ਚਾਹੀਦਾ ਰੇਟ ਦੇ ਵਿੱਚ, ਕਿ ਅਸੀਂ ਇਹਦੇ ਵਿੱਚੋਂ ਫਿਊਲ ਟੈਕਸ ਕਿੰਨਾ ਪੇ ਕਰਨਾ, ਕਿਉਂਕਿ ਜਿੰਨੀਆਂ ਸਟੇਟ ਅਸੀਂ ਕਿਸੇ ਵਿੱਚ ਮਾਈਲੇਜ ਚੱਲਦੇ ਆ ਉਹ ਸਟੇਟ ਨੂੰ ਉਹਨਾਂ ਫਿਊਲ ਟੈਕਸ ਦੇਣਾ ਸਾਡੀ ਡਿਊਟੀ ਬਣਦਾ ਹੈ। ਸੋ ਜਦੋਂ ਅਸੀਂ ਬਹੁਤ ਜ਼ਿਆਦਾ ਚੀਪ ਸਟੇਟ ਦੇ ਵਿੱਚੋਂ ਜਿੱਥੇ ਫਿਊਲ ਟੈਕਸ ਘੱਟ ਹੈ, ਅਗਰ ਅਸੀਂ ਲਾਲਚ ਵਿੱਚ ਕਈ ਵਾਰੀ ਜਦੋਂ ਤੇਲ ਪਾਉਂਦੇ ਆ ਤਾਂ ਸਾਨੂੰ ਐਂਡ ਦੇ ਉੱਤੇ ਜਿਹੜਾ ਹੈ ਉਹ ਟੈਕਸ ਬਹੁਤ ਜ਼ਿਆਦਾ ਦੇਣਾ ਪੈਂਦਾ। ਸੋ ਮੈਂ ਸਮਝਦਾ ਇੱਕ ਦੋ ਮਿੰਟ ਵਿੱਚ ਇਹਦਾ ਜਵਾਬ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਮੈਂ ਇਹਨਾਂ ਨੂੰ ਗਾਈਡ ਇਹ ਕਰੂੰਗਾ ਕਿ ਆਪਣੇ ਟੈਕਸ ਵਾਲੇ ਏਜੰਟ ਕੋਲ ਜਿਹੜਾ ਵੀ ਇਹਨਾਂ ਦਾ ਫਿਊਲ ਟੈਕਸ ਆਦਮੀ ਭਰਦਾ ਹੈ ਉਹਨੂੰ ਜਾ ਕੇ ਉਹਦੇ ਕੋਲ ਫਿਊਲ ਟੈਕਸ ਦੇ ਸਟੇਟ ਵਾਈਜ਼ ਤਫਸੀਲ ਲੈਣ, ਉਹਨੂੰ ਫਿਰ ਕੰਪੇਅਰ ਕਰਕੇ ਅਸੀਂ ਕਿੱਥੋਂ ਜ਼ਿਆਦਾ ਤੇਲ ਪਾਉਨੇ ਆ ਔਰ ਤਾਂ ਕਿ ਇਹਦਾ ਇਵੈਲੂਏਸ਼ਨ ਕਰ ਸਕਣ। ਠੀਕ ਹੈ, ਅਗਲੇ ਸਵਾਲ ਵੱਲ ਵਧਦੇ ਹਾਂ ਜੋ ਕਿ ਸੈਕਰਾਮੈਂਟੋ ਤੋਂ ਹੈ। ਹਰਬਾਜ ਸਿੰਘ ਸਾਡੇ ਤੋਂ ਇਹ ਸਵਾਲ ਕਰ ਰਹੇ ਨੇ ਔਰ ਉਹਨਾਂ ਦਾ ਸਵਾਲ ਹੈਗਾ ਕਿ ਮੇਰੇ ਟਰੱਕ ਤੇ IRP ਪਲੇਟਸ ਲੱਗੀਆਂ ਹੋਈਆਂ ਨੇ, ਪਰ ਹੁਣ ਕਿਉਂਕਿ ਮੈਂ ਸਿਰਫ ਕੈਲੀਫੋਰਨੀਆ ਪਲੇਟਸ ਹੀ ਲਗਾਉਣਾ ਚਾਹੁੰਦਾ, ਇਸ ਲਈ ਮੈਂ ਬਾਰ-ਬਾਰ DMV ਦਫ਼ਤਰ ਵੀ ਗਿਆ ਪਰ ਮੇਰੀ ਅਰਜ਼ੀ ਖਾਰਿਜ ਕਰ ਦਿੱਤੀ ਜਾਂਦੀ ਹੈ। ਇਸ ਦਾ ਕੀ ਕਾਰਨ ਹੋ ਸਕਦਾ, ਮੈਨੂੰ ਸਮਝ ਨਹੀਂ ਆ ਰਿਹਾ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਮਦਦ ਦੇਣੀ ਚਾਹੋਗੇ ਤੁਸੀਂ? ਐਕਚੁਅਲੀ ਭਲਿੰਦਰ ਜੀ ਕੀ ਹੈਗਾ ਕਿ ਸਾਡੇ DMV ਆਫ ਜਿਹੜੀ ਕੈਲੀਫੋਰਨੀਆ ਹੈਗੀ ਹੈ ਉਹ ਦੋ ਅਲੱਗ-ਅਲੱਗ ਡਾਟਾਬੇਸ ਹਨ। ਇੱਕ ਸਟੇਟ ਆਫ ਕੈਲੀਫੋਰਨੀਆ ਦੀਆਂ ਜਿਹੜੀਆਂ ਲੋਕਲ ਪਲੇਟਾਂ, ਇੱਕ ਉਹਨਾਂ ਦਾ IRP ਸਿਸਟਮ ਜਿਹਦੇ ਵਿੱਚ ਉਹ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ ਦੇ ਅੰਡਰ ਬਾਹਰ ਨੂੰ ਜਿਹੜੇ ਟਰੱਕ ਚੱਲਦੇ ਆ ਉਹਨਾਂ ਨੂੰ ਰਜਿਸਟਰ ਕੀਤਾ ਜਾਂਦਾ। ਸੋ ਅਨਫੋਰਚੂਨੇਟਲੀ
ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਆਪਾਂ ਕਹਿ ਸਕਦੇ ਹਾਂ ਕਿ ਇਹ ਦੋਨੇ ਡਾਟਾ ਸਿਸਟਮ ਜਿਹੜੇ ਡਾਟਾਬੇਸ ਹੈਗੇ ਆ ਇਹ ਆਪਸ ਵਿੱਚ ਕੰਬਣਗੇ। ਇਹ ਦੋਨੇ ਅਲੱਗ-ਅਲੱਗ ਹੋਣ ਕਰਕੇ ਜਦੋਂ ਉਹ ਲੋਕਲ ਸਟੇਟ ਵਿੱਚ ਵਾਸਤੇ ਪਲੇਟ ਲੈਣ ਜਾਂਦੇ ਆ ਤੇ ਉਹਨਾਂ ਨੂੰ ਇੱਕ ਐਰਰ ਮੈਸੇਜ ਆਉਂਦਾ ਕਿ ਇਹ ਪਲੇਟਾਂ ਜਿਹੜੀਆਂ ਆ ਇਹ IRP ਅੰਡਰ ਰਜਿਸਟਰਡ ਹੋਣ ਕਰਕੇ ਇਹਨਾਂ ਨੂੰ ਲੋਕਲ ਪਲੇਟ ਨਹੀਂ ਮਿਲ ਸਕਦੀ, ਕਿਉਂਕਿ ਸਟੇਟ ਜਿਹੜੀ ਹੈ ਉਹ ਦੋ ਜਗ੍ਹਾ ਨਹੀਂ ਰਜਿਸਟ੍ਰੇਸ਼ਨ ਕਰ ਸਕਦੀ ਇੱਕ ਟਰੱਕ ਦੀ। ਸੋ ਇੱਕ ਉਹਨਾਂ ਨੂੰ ਜਿਹੜਾ ਹੈਗਾ ਚਾਹੀਦਾ ਕੀ ਹੈ ਕਿ ਉਹ ਆਪਣੇ ਏਜੰਟ ਕੋਲੋਂ ਜਾਣ, ਜਿੱਥੇ ਵੀ ਉਹ ਕੰਮ ਕਰਵਾਉਂਦੇ ਆ, ਆਪਣੀਆਂ IRP ਪਲੇਟਾਂ ਜਿਹੜੀਆਂ ਆ ਉਹਨਾਂ ਨੂੰ ਡਿਲੀਟ ਕਰਵਾਉਣ, ਪਲੇਟਾਂ ਜਿਹੜੀਆਂ ਆ ਉਹ ਆਪਣੇ ਏਜੰਟ ਨੂੰ ਜਾਂ DMB ਨੂੰ ਵਾਪਸ ਕਰਨ। ਜਦੋਂ ਇਹਦਾ ਡਿਲੀਸ਼ਨ ਕਰਦੇ ਆ, ਪ੍ਰੋਸੈਸ ਕਰਦੇ ਆ ਆਪਣੇ ਕੰਪਿਊਟਰ, ਜਿਹੜੇ ਖਾਸ ਕਰਕੇ ਜਿਹੜੇ BWU ਪ੍ਰੋਗਰਾਮ ਜਿਨ੍ਹਾਂ ਦੇ ਜਿਹੜੇ ਏਜੰਟਸ ਕੋ ਹੈਗਾ, ਜਿਹੜੇ ਡਾਇਰੈਕਟ ਪਲੇਟਾਂ ਜਿਨ੍ਹਾਂ ਦੇ ਕੋਲ, ਜਿਵੇਂ ਸਾਡੇ ਕੋਲ ਡਾਇਰੈਕਟ ਪਲੇਟਾਂ ਦਾ ਸਿਸਟਮ ਹੈਗਾ, ਬਹੁਤ ਸਾਰੇ ਏਜੰਟਸ ਕੋਲ ਇਸ ਤਰ੍ਹਾਂ ਡਾਇਰੈਕਟ ਪਲੇਟਾਂ ਜਿਹੜੀਆਂ ਉਹ ਜਿਹੜੇ ਦੇ ਸਕਦੇ ਆ, ਉਹਨਾਂ ਕੋਲੋਂ ਜਾ ਕੇ ਸਕੈਜੂਲ C ਫਾਈਲ ਕਰਕੇ ਬਕਾਇਦਾ ਇੱਕ ਡਿਲੀਸ਼ਨ ਦਾ ਪੇਪਰ ਪ੍ਰਿੰਟ ਹੁੰਦਾ ਹੈ ਸਿਸਟਮ ਦੇ ਵਿੱਚੋਂ। ਜਦੋਂ ਅਸੀਂ ਟਰੱਕ ਨੂੰ ਡਿਲੀਟ ਕਰਦੇ ਹਾਂ IRP ਸਿਸਟਮ ਵਿੱਚ ਜਾ ਕੇ, ਤਾਂ ਬਕਾਇਦਾ ਇੱਕ ਪੇਪਰ ਪ੍ਰਿੰਟ ਹੁੰਦਾ ਜਿਹੜਾ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਇਹ ਟਰੱਕ ਜਿਹੜਾ ਫਲਾਣਾ ਟਰੱਕ ਆ ਇਹ IRP ਸਿਸਟਮ ਦੇ ਵਿੱਚੋਂ ਡਿਲੀਟ ਹੋ ਚੁੱਕਾ ਹੈ। ਸੋ ਉਹ ਪੇਪਰ ਨਾਲ ਸਕੈਜੂਲ C ਫਾਰਮ ਹੁੰਦਾ ਹੈ, ਉਹ ਆਪਣੇ ਏਜੰਟ ਕੋ ਕਹਿ ਕੇ ਬਣਵਾਉਣ। ਇਹ ਦੋਨੇ ਚੀਜ਼ਾਂ ਨਾਲ ਲਿਜਾ ਕੇ ਉਹ DMB ਨੂੰ ਸਬਮਿਟ ਕਰਨ। ਬਹੁਤ ਵਾਰੀ DMB ਦੇ ਉੱਤੇ ਫਰੰਟ ਡੈਸਕ ਦੇ ਉੱਤੇ EMPLOYEES ਹੁੰਦੇ ਆ, ਉਹ ਇਸ ਸਿਸਟਮ ਤੋਂ ਜਾਣੂ ਨਹੀਂ ਹੁੰਦੇ। ਸੋ ਉਹਨਾਂ ਦੀ ਡਿਊਟੀ ਬਣਦੀ ਕਿ ਥੋੜਾ ਜਿਹਾ ਕਿਸੇ ਹਾਇਰ ਲੈਵਲ ਦੇ ਮੈਨੇਜਰ ਦੇ ਨਾਲ ਜਾਂ ਕਿਸੇ ਸੁਪਰਵਾਈਜ਼ਰ ਦੇ ਨਾਲ ਗੱਲ ਕਰਕੇ ਉਹਨੂੰ ਉਹ ਸਕੈਜੂਲ C ਔਰ ਜਿਹੜਾ ਡਿਲੀਸ਼ਨ ਫਾਰਮ ਜਿਹੜਾ DMB ਦੇ ਵਿੱਚੋਂ ਐਕਚੁਅਲ ਪ੍ਰਿੰਟ ਹੁੰਦਾ ਸਿਸਟਮ ਦੇ ਵਿੱਚੋਂ, ਉਹ ਦੋਨੇ ਅਗਰ ਪੇਪਰ ਲੈ ਕੇ ਜਾਣਗੇ ਤੇ ਉਹਨਾਂ ਦਾ ਜਿਹੜਾ ਆ ਇਹ ਮਸਲਾ ਹੱਲ ਹੋਏਗਾ। ਇਹ ਨਾਰਮਲੀ ਜਿਹੜੇ ਫਰੰਟ ਡੈਸਕ ਦੇ ਉੱਤੇ ਜਿਹੜੇ DMB ਜਿਹੜੇ EMPLOYEE ਬੈਠੇ ਹੁੰਦੇ ਆ, ਬਹੁਤ 70% ਕੇਸਿਸ ਦੇ ਵਿੱਚ ਉਹਨਾਂ ਦੇ ਕੋਲ ਇਹ ਨੌਲੇਜ ਨਹੀਂ ਹੁੰਦੀ, ਇਸ ਕਰਕੇ ਉਹ ਨਹੀਂ ਕਰ ਸਕਦੇ। ਸੋ ਮੇਰੇ ਖਿਆਲ ਨਾਲ ਉਹਨਾਂ ਦੀ ਮੈਨੇਜਰ ਜਾਂ ਸੁਪਰਵਾਈਜ਼ਰ ਦੇ ਨਾਲ ਜਦੋਂ ਗੱਲ ਕਰਨਗੇ, ਇਹ ਥੋੜੀ ਜਿਹੀ ਮੁਸ਼ਕਿਲ ਪ੍ਰੈਕਟੀਕਲ ਹੈ ਔਰ ਸਾਨੂੰ ਇਹਦੇ ਬਾਰੇ ਅਕਸਰ ਲੋਕ ਸਵਾਲ ਪੁੱਛਦੇ ਆ, ਪਰ ਤੁਹਾਨੂੰ ਥੋੜੀ ਜਿਹੀ ਤਰੱਦਦ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਸੋ ਤੁਸੀਂ ਪ੍ਰੋਪਰ ਪੇਪਰ ਵਰਕ ਲੈ ਕੇ ਜਾਓ ਔਰ ਮੈਨੂੰ ਨਹੀਂ ਲੱਗਦਾ ਕੋਈ ਐਸੀ ਗੱਲ ਹੋਏਗੀ। ਅਗਰ ਜੇ ਕੋਈ ਪ੍ਰੋਬਲਮ ਹੁੰਦੀ ਹੈ ਇਹ ਸਾਨੂੰ ਕਦੀ ਵੀ ਕੰਟੈਕਟ ਕਰ ਸਕਦੇ, ਆਈ ਵਿਲ ਹੈਲਪ देम। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਔਰ ਹਰ ਬਾਤ ਜੀ ਉਮੀਦ ਹੈ ਕਿ ਟਾਂਡਾ ਸਾਹਿਬ ਨੇ ਤੁਹਾਡੇ ਜਿਹੜੇ ਸਵਾਲਾਂ ਦਾ ਜਵਾਬ ਹੈ ਬਹੁਤ ਬਖੂਬੀ ਨਾਲ ਦਿੱਤਾ ਹੈਗਾ। ਸੋ ਟਾਂਡਾ ਸਾਹਿਬ ਇੱਥੇ ਹੀ ਤੁਹਾਨੂੰ ਵੀ ਅਸੀਂ ਇਜਾਜ਼ਤ ਚਾਹਾਂਗੇ ਤੁਹਾਡੇ ਤੋਂ, ਔਰ ਕਿਉਂਕਿ ਹਮੇਸ਼ਾ ਸਾਡੇ ਜਿਹੜੇ ਦਰਸ਼ਕਾਂ ਦੇ ਜਿਹੜੇ ਸਵਾਲ ਹੁੰਦੇ ਨੇ ਉਹਨਾਂ ਦਾ ਬਹੁਤ ਹੀ ਬਖੂਬ ਤਰੀਕੇ ਨਾਲ ਤੁਸੀਂ ਸਵਾਲਾਂ ਦੇ ਜਵਾਬ ਵੀ ਦਿੰਦੇ ਹੋ, ਇਸ ਲਈ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣ ਦੇ ਲਈ। ਭੁਪਿੰਦਰ ਜੀ, ਤੁਹਾਡੀ ਸਾਰੀ ਟੀਮ ਦਾ ਔਰ ਤੁਹਾਡੇ ਸਾਰੇ ਦਰਸ਼ਕਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਨੂੰ ਮੌਕਾ ਦਿੰਦੇ ਹੋ ਕਿ ਅਸੀਂ ਸਮਾਜ ਦੇ ਵਿੱਚੋਂ ਅਸੀਂ ਬਹੁਤ ਕੁਝ ਲੈਂਦੇ ਹਾਂ, ਅਸੀਂ ਇਹਨੂੰ ਕੁਝ ਪੇ ਬੈਕ ਕਰ ਸਕੀਏ। ਸਾਡੀ ਹਮੇਸ਼ਾ ਹੀ ਇੱਕ ਖੁਸ਼ੀ ਰਹਿੰਦੀ ਹੈ। ਤੁਹਾਡਾ ਔਰ ਤੁਹਾਡੀ ਸਾਰੀ ਸਮੁੱਚੀ ਟੀਮ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਟਾਂਡਾ ਸਾਹਿਬ। ਸੋ ਜੇਕਰ ਸਾਡੇ ਦਰਸ਼ਕ ਸਾਡੇ ਨਾਲ ਸੰਪਰਕ ਸਾਧਨਾ ਚਾਹੁੰਦੇ ਨੇ, ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਸਵਾਲ ਹੈ, ਸਾਡੇ ਮਾਹਰਾਂ ਤੋਂ ਜਾਣਨਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com। ਇਸ ਤੋਂ ਇਲਾਵਾ ਤੁਸੀਂ ਸਾਨੂੰ WhatsApp ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡਾ WhatsApp ਹੈ +1 209 275 3038। ਇਸ ਤੋਂ ਇਲਾਵਾ ਮੇਰਾ Facebook ਪੇਜ ਹੈ @bhalinder official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਦੇ ਨਾਲ ਜੁੜਨ ਦੇ ਲਈ। ਧੰਨਵਾਦ।